ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਫਿਰ ਤੋਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਅੱਜ ਸਾਡੇ ਨਾਲ ਮੌਜੂਦ ਨੇ ਕੌਂਸੂਲੇਟ ਆਫ ਇੰਡੀਆ ਭਾਵ ਢਿੱਲੋਂ ਜੀ। ਹਰਮਨ ਜੀ, ਇਸ ਵਕਤ ਜਦੋਂ ਅਸੀਂ ਨਿਊਜ਼ੀਲੈਂਡ ਦੇ ਵਿੱਚ ਤਾਂ ਉਵੇਂ ਤਾਂ ਨਹੀਂ ਕਰ ਸਕਦੇ ਜਿਵੇਂ ਕਿ ਅਸੀਂ ਹਫ਼ਤਾਵਾਰੀ ਪ੍ਰੋਗਰਾਮ ਉੱਥੇ ਕਿਸੇ ਫਨਕਾਰ ਦੇ ਨਾਲ, ਕਲਾਕਾਰ ਦੇ ਨਾਲ ਕਰਦੇ ਹਾਂ ਜੀ। ਪਰ ਕਿਉਂਕਿ ਇਸ ਵਕਤ ਸਮੁੱਚੀ ਦੁਨੀਆ ਦੇ ਮੂਹਰੇ ਚੁਣੌਤੀ ਬਹੁਤ ਵੱਡੀ ਆ। ਚੁਣੌਤੀ ਹੈਗੀ ਆ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਦੇ ਕਰਕੇ ਜਿਹੜੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਲੋਕ ਆ ਕੇ ਨਿਊਜ਼ੀਲੈਂਡ ਦੇ ਵਿੱਚ ਫਸੇ ਆ, ਉਹਨਾਂ ਦੀ ਸਥਿਤੀ ਕੀ ਹੈ, ਉਹਨਾਂ ਨੂੰ ਦੇਸ਼ ਦੇ ਵਿੱਚ ਵਾਪਸ ਭੇਜਣ ਦੇ ਬਾਰੇ ਕੀ ਯੋਜਨਾ ਬਣਾਈ ਗਈ ਹੈ ਇੱਥੋਂ ਦੇ ਕੌਂਸੂਲੇਟ ਅਧਿਕਾਰੀਆਂ ਦੇ ਵੱਲੋਂ, ਭਾਵੁਕ ਹੋਰਾਂ ਦੇ ਵੱਲੋਂ, ਜਾਂ ਹੋਰ ਜਿਹੜੇ ਕੰਮਕਾਜ ਇੱਥੇ ਕੀਤੇ ਜਾਂਦੇ ਤੇ ਉੱਥੇ ਕਰਨੇ ਬਣਦੇ ਆ। ਇਹਨਾਂ ਦਾ ਤੁਲਨਾਤਮਕ ਅਧਿਐਨ ਕਰਾਂਗੇ ਅੱਜ। ਤੇ ਸਭ ਤੋਂ ਪਹਿਲਾਂ ਆਪਾਂ ਭਾਵ ਜੀ ਦਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਤੇ ਤੁਹਾਡੇ ਸਾਰੇ ਦੇਖਣ ਵਾਲੇ ਵਿਊਅਰਸ ਦਾ ਜੀ। ਭਾਵ ਜੀ, ਪਹਿਲਾ ਸਵਾਲ ਬੜਾ ਸਾਫ਼ ਤੇ ਸਪਸ਼ਟ ਇਹ ਆ, ਜਿਵੇਂ ਕਿ ਅਸੀਂ ਮੁੱਢ ਦੇ ਵਿੱਚ ਇਹ ਕਿਹਾ ਕਿ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਵੱਖ-ਵੱਖ ਦੇਸ਼ਾਂ ਦੇ ਵਿੱਚ ਫਸੇ ਹੋਏ ਨਾਗਰਿਕ ਵਾਪਸ ਸੱਦ ਲਏ, ਪਰ ਦੂਜੇ ਪਾਸੇ ਜੋ ਭਾਰਤ ਦੀ ਸਰਕਾਰ ਆ, ਤੁਸੀਂ ਉਹਨਾਂ ਦੀ ਇੱਥੇ ਬੈਠੇ ਅਗਵਾਈ ਕਰਦੇ ਹੋ, ਤੁਸੀਂ ਤਾਲਮੇਲ ਦੇ ਵਿੱਚੋਂ, ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਇੱਥੇ ਦੱਸਦੇ ਹੋ, ਇੱਥੋਂ ਵਾਲਿਆਂ ਦੀਆਂ ਉੱਥੇ ਪਹੁੰਚਾਉਂਦੇ ਹੋ। ਪਰ ਕੀ ਕਾਰਨ ਹੈ ਕਿ ਜਿਹੜੇ ਨਿਊਜ਼ੀਲੈਂਡ ਦੇ ਵਿੱਚ 800 ਤੋਂ ਵੱਧ ਲੋਕ ਜਿਹੜੇ ਫਸੇ ਹੋਏ ਭਾਰਤੀ, ਉਹਨਾਂ ਨੂੰ ਉਧਰ ਸੱਦਣ ਦਾ ਪ੍ਰਬੰਧ ਹੀ ਕੋਈ ਨਹੀਂ ਕਰ ਰਹੀ ਸਾਡੀ ਸਰਕਾਰ ਭਾਰਤ ਦੀ? ਵਜ੍ਹਾ ਕੀ ਹੈ? ਇੱਦਾਂ ਜੀ ਕਿ ਇਹ ਤਾਂ ਨਹੀਂ ਕਿ ਕੋਈ ਪ੍ਰਬੰਧ ਨਹੀਂ ਜਾਂ ਸੋਚ ਨਹੀਂ ਰਹੇ। ਜਿੱਦਾਂ ਤੁਹਾਨੂੰ ਪਤਾ ਕਿ ਇਹ ਜਿਹੜੀ ਬਿਮਾਰੀ ਹੈ ਇਹ ਬਾਹਰੋਂ ਆ ਰਹੀ ਹੈ ਤੇ ਸਾਡਾ ਦੇਸ਼ ਇੱਕ ਬਹੁਤ ਵੱਡਾ ਦੇਸ਼ ਹੈਗਾ। 1.3 ਬਿਲੀਅਨ 130 ਕਰੋੜ ਉੱਥੇ ਲੋਕ ਹੈਗੇ ਆ ਤੇ ਉੱਥੇ ਸਾਰੀ ਦੁਨੀਆ ਇਸ ਵੇਲੇ ਭਾਰਤ ਵੱਲ ਦੇਖ ਰਹੀ ਹੈ ਕਿ ਇਹ ਇਸ ਵੱਡੀ ਮਹਾਮਾਰੀ ਨੂੰ ਕਿੱਦਾਂ ਸਾਂਭ ਰਿਹਾ। ਜਿਹੜੇ ਇਸ ਵੇਲੇ ਦੇ ਨੰਬਰ ਹੈਗੇ ਆ, ਇੰਡੀਆ ਨੇ ਵੀ, ਜਿਵੇਂ ਨਿਊਜ਼ੀਲੈਂਡ ਨੇ ਲੋਕਡਾਊਨ ਕਰਤਾ, ਇੰਡੀਆ ਨੇ ਵੀ ਲੋਕਡਾਊਨ ਕਰਤਾ। ਉਹਦਾ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਨਿਊਜ਼ੀਲੈਂਡ ਦਾ ਵੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੇ ਭਾਰਤ ਦਾ ਵੀ ਰਿਜ਼ਲਟ ਤੁਹਾਡੇ ਸਾਹਮਣੇ ਹੈ। ਪਰ ਕੈਪੀਟਾ ਦੁਨੀਆ ਦੇ ਵਿੱਚ ਮੇਰਾ ਖਿਆਲ ਹੈ ਵਨ ਆਫ ਦਾ ਲੋਐਸਟ ਕੰਟਰੀਜ਼ ਹੈਗੀ ਹੈ ਕਿ ਜਿਹਦੇ ਵਿੱਚ ਕਰੋਨਾ ਕੇਸਿਸ ਇਸ ਵੇਲੇ ਇੰਡੀਆ 'ਚ ਹੈਗੇ ਆ। ਤੇ ਉਹਦਾ ਮੇਨ ਕਾਰਨ ਇਹੀ ਹੈ ਕਿ ਜਿਹੜੀ ਫੋਰਨ ਬਾਰਡਰਸ ਬੰਦ ਕਰ ਦਿੱਤੇ ਗਏ ਹੈ। ਸੋ ਇਹ ਸਾਰਿਆਂ ਦੇ ਫਾਇਦੇ ਲਈ ਕੀਤੇ ਗਏ ਹੈ ਤੇ ਸਾਰਿਆਂ ਨੂੰ ਇਹ ਕਿਸੇ ਨੇ ਸੋਚਿਆ ਨਹੀਂ ਸੀ। ਇਹ ਬੜੀ ਨਵੀਂ ਚੀਜ਼ ਹੈਗੀ ਹੈ। ਸੋ ਨਵੀਆਂ ਮੁਸ਼ਕਲਾਂ ਆ ਰਹੀਆਂ, ਇਹਦੇ ਨਵੇਂ ਹੱਲ ਕੱਢਣੇ ਪੈਣੇ ਹੈ ਤੇ ਨਵੇਂ ਤਰੀਕੇ ਲੋਕਾਂ ਨੂੰ ਥੋੜੀ ਜਿਹੀ ਔਖਿਆਈ ਕਰਨੀ ਪੈਣੀ ਹੈ। ਪਰ ਜਿਹੜੀਆਂ ਸਰਕਾਰਾਂ ਇਹ ਕੰਮ ਕਰ ਰਹੀਆਂ ਨੇ ਉਹ ਸਿਰਫ ਲੋਕਾਂ ਦੀ ਭਲਾਈ ਲਈ ਕਰ ਰਹੀਆਂ ਨੇ ਤੇ ਉਹਦੇ ਨਤੀਜੇ ਵੀ ਤੁਹਾਡੇ ਸਾਹਮਣੇ ਆ ਰਹੇ ਨੇ ਕਿ ਲੋਕਡਾਊਨ ਕਾਰਨ। ਪਰ ਇਹ ਨਹੀਂ ਹੈ ਕਿ ਤੁਹਾਨੂੰ ਜਿਹੜੇ ਫਸੇ ਹੋਏ ਆ ਉਹਨਾਂ ਨੂੰ ਭੁੱਲ ਹੀ ਗਏ ਹੈ। ਅਸੀਂ ਯਤਨਸ਼ੀਲ ਹਾਂ, ਇੰਡੀਆ 'ਚ ਵੀ ਤਰੀਕੇ ਹੋ ਰਹੇ ਹੈ, ਨਿਊਜ਼ੀਲੈਂਡ ਵਾਲੇ ਵੀ ਕਰ ਰਹੇ ਆ। ਦੋ ਮੈਂ ਇਹਨਾਂ ਬਾਰੇ ਜ਼ਿਆਦਾ ਬੋਲ ਨਹੀਂ ਸਕਦਾ, ਇਹ ਸਰਕਾਰ ਬੋਲੇਗੀ। ਪਰ ਇੱਥੇ ਵੀ ਇਹ ਕੁਆਰੰਟੀਨ ਕਰਨ ਦੇ, ਜਦੋਂ ਬਾਹਰੋਂ ਬੰਦਾ ਆਊਗਾ ਉਹਨੂੰ 14 ਦਿਨ ਕੁਆਰੰਟੀਨ ਕੀਤਾ ਜਾਏਗਾ। ਹੁਣ ਨਿਊਜ਼ੀਲੈਂਡ ਦਾ 1000, 2000, 3000 ਬੰਦਾ ਆਊਗਾ, ਭਾਰਤ ਦਾ ਟੈਨਸ ਆਫ ਥਾਊਜ਼ੈਂਡਸ ਹੈਗਾ। ਸੋ ਇੰਨੇ ਲੋਕਾਂ ਨੂੰ ਪ੍ਰੋਪਰਲੀ ਕੁਆਰੰਟੀਨ ਕਰਨਾ ਤੇ ਸਾਡੇ 130 ਕਰੋੜ ਲੋਕਾਂ ਨੂੰ ਮਹਿਫੂਜ਼ ਤੇ ਸੇਫ ਰੱਖਣਾ ਇਸ ਬਿਮਾਰੀ ਤੋਂ, ਉਹਦੇ ਕਾਰਨ ਕਈ ਇਹੋ ਜਿਹੀਆਂ ਸ਼ਾਰਟ ਟਰਮ ਪ੍ਰੋਬਲਮਸ ਆਉਣਗੀਆਂ ਲੋਕਾਂ ਨੂੰ, ਜਿਹਦੇ ਕਾਰਨ ਅਸੀਂ ਹਰ ਇੱਕ ਨੂੰ ਹੱਥ ਜੋੜ ਕੇ ਕਹਿੰਦੇ ਹਾਂ ਕਿ ਇਹ ਇਸ ਵੇਲੇ ਬਹੁਤ ਹੀ ਔਖਾ ਸਮਾਂ ਹੈ। ਔਖੀ ਘੜੀ ਦੇ ਸਮੇਂ ਤੇ ਸਾਰਿਆਂ ਦਾ ਸਾਥ ਦਿਓ ਤਾਂ ਕਿ ਅਸੀਂ ਰਲ ਮਿਲ ਕੇ ਇਹਦੇ ਉੱਤੇ ਜਿੱਤ ਪਾਈਏ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਬਿਹਾਈਂਡ ਦ ਸੀਨਸ ਇਹਦੇ ਪਿੱਛੇ ਬਹੁਤ ਲੱਗੇ ਹੋਏ ਹਾਂ ਕਿ ਕਿੱਦਾਂ ਅਸੀਂ ਆਪਣੇ ਭਾਰਤੀ ਨਾਗਰਿਕ ਜਲਦੀ ਤੋਂ ਜਲਦੀ ਭਾਰਤ ਲੈ ਕੇ ਜਾਈਏ। ਪਰ ਮਾਫੀ ਚਾਹੁੰਦਾ ਜੀ, ਮੈਂ ਇੱਕ ਸਵਾਲ ਹੋਰ ਆ ਵੀ ਮੰਨ ਲਓ ਕੋਈ 10 ਦਿਨ ਦੇ ਲਈ ਭਾਰਤ ਦੇ ਵਿੱਚੋਂ ਨਿਊਜ਼ੀਲੈਂਡ 'ਚ ਆਇਆ ਸੀ, ਉਹ ਮੰਨ ਲਓ 12 ਦਿਨ ਦੀ, 15 ਦਿਨ ਦੀ, 20 ਦਿਨ ਦੀ ਦਵਾਈ ਲੈ ਕੇ ਨਾਲ ਆਇਆ। ਹੁਣ ਉਹ ਅਣਮਿੱਥੇ ਸਮੇਂ ਵਾਸਤੇ ਇੱਥੇ ਫਸਿਆ ਬੈਠਾ, ਨਾ ਉਹਦੇ ਕੋਲੇ ਲੀੜੇ ਲੱਤੇ ਆ ਪੂਰੇ, ਨਾ ਉਹਦੇ ਕੋਲੇ ਦਵਾਈ ਬੂਟੀ ਦਾ ਪ੍ਰਬੰਧ ਆ। ਫਿਰ ਤੁਹਾਡਾ ਜੋ ਇੱਥੇ ਦਫ਼ਤਰ ਆ ਜਾਂ ਤੁਸੀਂ ਹੋ ਜਾਂ ਜਿਹੜੇ ਤੁਹਾਡੇ ਅਧਿਕਾਰੀ ਆ, ਉਹ ਉਹਨਾਂ ਦੀ ਕਿਵੇਂ ਮਦਦ ਕਰਦੇ ਹੋ? ਹਾਂਜੀ, ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜੀ। ਸਾਡਾ ਇਸ ਵੇਲੇ ਜਿਹੜਾ ਪ੍ਰਾਇਮਰੀ ਫੋਕਸ ਇਸ ਇਸ਼ੂ ਤੇ ਹੈ ਜਿਹੜਾ ਤੁਸੀਂ ਕਹਿ ਰਹੇ ਹੋ, ਤੇ ਅਸੀਂ ਸਾਰਿਆਂ ਨੂੰ ਇਹ ਕਿਹਾ ਹੋਇਆ, ਮੈਂ ਆਪਣਾ ਪਰਸਨਲ ਮੋਬਾਈਲ ਨੰਬਰ ਵੀ ਸਾਰਿਆਂ ਨੂੰ ਦਿੱਤਾ ਹੋਇਆ ਕਿ ਕਿਸੇ ਨੂੰ ਕੋਈ ਮੈਡੀਕਲ ਇਸ਼ੂ ਆ ਜਾਵੇ, ਕਿਸੇ ਨੂੰ ਕੋਈ ਦਵਾਈ ਦੀ ਲੋੜ ਹੋਵੇ, ਉਹਨਾਂ ਨੇ ਕੋਈ ਐਮਰਜੈਂਸੀ ਇਹੋ ਜਿਹੀ ਆ ਜਾਵੇ, ਕਿਉਂਕਿ ਇੱਥੇ ਦਾ ਜਿਹੜਾ ਮੈਡੀਕਲ ਸਿਸਟਮ ਵੀ ਬੜਾ ਮਹਿੰਗਾ ਹੈਗਾ। ਪਰ ਅਸੀਂ ਭਾਰਤ ਨੂੰ, ਸਾਡਾ ਇੱਕ ਇੰਡੀਅਨ ਕਮਿਊਨਿਟੀ ਵੈਲਫੇਅਰ ਫੰਡ ਹੁੰਦਾ ਜਿਹੜਾ ਇੰਟਰਨੈਸ਼ਨਲ ਹੀ ਹੈਗਾ, ਉਹਦੇ ਥਰੂ ਅਸੀਂ ਇੱਥੋਂ ਦੇ ਲੋਕਾਂ ਨੂੰ ਜਿਹੜੀ ਮੈਡੀਕਲ ਹੈਲਪ ਹੈ ਉਹ ਮੁਹੱਈਆ ਕਰਾਉਂਦੇ ਹਾਂ। ਤੇ ਮੈਨੂੰ ਮੇਰੇ ਖਿਆਲ ਗਿਣਤੀ ਵੀ ਭੁੱਲ ਗਈ ਹੈ ਕਿ ਕਿੰਨਿਆਂ ਨੂੰ, ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਦੇਖੋਗੇ ਬਹੁਤ ਲੋਕ ਉੱਥੇ ਥੈਂਕਸ ਪਾਉਂਦੇ। ਅਸੀਂ ਸਾਰਿਆਂ ਨੂੰ ਦਵਾਈਆਂ, ਕਿਸੇ ਨੂੰ ਲਿਵਰ ਦੀ ਹੈ, ਕਿਸੇ ਨੂੰ ਕਿਡਨੀ ਦੀ ਹੈ, ਕਿਸੇ ਦੀ ਕੋਈ ਕੀਮੋਥੈਰੇਪੀ once a month ਹੋਣੀ ਸੀ, ਕਿਸੇ ਦਾ ਕੋਈ ਡਾਇਲਿਸਿਸ ਦਾ ਇਸ਼ੂ ਹੈ, ਕਿਉਂਕਿ ਅਸੀਂ ਸਾਰੇ ਦੁਨਿਆਵੀ ਜੀ ਹੈਗੇ ਆ, ਹਰ ਇੱਕ ਦੀ ਆਪਣੀ ਆਪਣੀ ਕੋਈ ਨਾ ਕੋਈ ਹੈਲਥ ਇਸ਼ੂਜ਼ ਹੈਗੇ, ਪਰ ਉਹ ਸਾਡੀ ਪ੍ਰਾਇਮਰੀ ਹੈ।
ਜੇ ਤੁਹਾਡੇ ਚੈਨਲ ਦੇ ਥਰੂ ਵੀ ਮੈਂ ਕਹਿੰਦਾ ਕਿਸੇ ਨੂੰ ਕੋਈ ਫਸੇ ਭਾਰਤੀ ਨਾਗਰਿਕ ਨੂੰ ਕੋਈ ਹੈਲਥ ਇਸ਼ੂ ਹੋਵੇ, ਕਿਸੇ ਨੂੰ ਕੋਈ ਦਵਾਈ ਚਾਹੀਦੀ ਹੋਵੇ, ਤੇ ਸਾਡੇ ਨਾਲ ਸੰਪਰਕ ਕਰਨ, ਸਾਡੀ ਵੈਬਸਾਈਟ ਤੇ ਜਾਣ, ਫੇਸਬੁੱਕ ਤੇ ਜਾਣ, ਤੇ ਅਸੀਂ ਇਮੀਡੀਏਟਲੀ ਘੰਟਿਆਂ ਦੇ ਅੰਦਰ ਅੰਦਰ ਉਹਦਾ ਹੱਲ ਕੱਢ ਕੇ ਦੇਵਾਂਗੇ। ਪਰ ਭਾਜੀ ਹੁਣ ਤੱਕ ਤੇ ਇਹ ਸਭ ਕੁਝ ਦੇ ਲਈ ਜਿਹੜੇ ਫੰਡਸ ਨੇ ਉਹ ਤੁਹਾਨੂੰ ਇੰਡੀਅਨ ਗਵਰਨਮੈਂਟ ਮੁਹੱਈਆ ਕਰਵਾਉਂਦੀ ਹੈ ਜਾਂ ਤੁਸੀਂ ਆਪਣੇ ਲੈਵਲ ਦੇ ਉੱਪਰ ਸਾਰੀ ਕਲੈਕਸ਼ਨ ਕਰਦੇ ਹੋ? ਜਿੱਦਾਂ ਮੈਂ ਕਿਹਾ, ਇੱਕ ਇੰਡੀਅਨ ਕਮਿਊਨਿਟੀ ਵੈਲਫੇਅਰ ਫੰਡ ਬਣਾਇਆ ਜੀ ਭਾਰਤ ਸਰਕਾਰ ਨੇ, ਜਿਹਦੇ ਨਾਲ ਅਸੀਂ ਜਦੋਂ ਕੋਈ ਹਾਦਸਾ ਵੀ ਹੋ ਜਾਵੇ, ਉਹਨੂੰ ਅਸੀਂ ਰਿਪੈਟਰੀਏਟ ਵੀ ਕਰਨਾ ਹੋਵੇ, ਅਸੀਂ ਉਹਦਾ ਵੀ ਖਰਚਾ ਸਾਰਾ ਅਸੀਂ ਦਿੰਦੇ ਹਾਂ ਹੁਣ। ਸੋ ਇਹ ਭਾਰਤ ਸਰਕਾਰ ਦੇ ਫੰਡਸ ਹੈਗੇ ਆ ਜੀ, ਜਿਹੜੇ ਅਸੀਂ ਭਾਰਤੀ ਮੂਲ ਦੇ ਲੋਕ ਜਿਨ੍ਹਾਂ ਨੂੰ ਵੀ ਦੁਨੀਆ 'ਚ ਕੋਈ ਵੀ ਤਕਲੀਫ ਆ ਜਾਵੇ ਉਹਦੇ ਤੇ ਲਾ ਸਕਦੇ ਹਾਂ। ਸਾਡੇ ਆਫਿਸਿਸ ਨੂੰ ਥੋੜੀ ਜਿਹੀ ਇਹਦੇ ਤੇ ਡਿਸਕ੍ਰਿਪਸ਼ਨ ਹੁੰਦੀ ਹੈ। ਪਰ ਇੱਕ ਹੋਰ ਬੜਾ ਮਹੱਤਵਪੂਰਨ ਸਵਾਲ ਹੈ ਕਿ ਜਦੋਂ ਵੀ ਸਰਕਾਰਾਂ ਕੋਈ ਫੈਸਲਾ ਲੈਂਦੀਆਂ ਉਦੋਂ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਣੇ ਕਿੰਤੂ ਦੇ ਰੂਪ ਦੇ ਵਿੱਚ ਕੁਦਰਤੀ ਵੀ ਆ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉੱਥੇ ਜੋ ਕੁਝ ਚੱਲ ਰਿਹਾ ਭਾਰਤ ਦੇ ਵਿੱਚ, ਲੋਕਾਂ ਨੂੰ ਰੋਟੀ ਨਹੀਂ ਮਿਲਦੀ, ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ 3 ਮਈ ਤੱਕ ਕਮਰਿਆਂ 'ਚ ਰਹੋ, ਪਰ ਉਹਨਾਂ ਦੇ ਢਿੱਡ ਨੂੰ ਝੁਲਕਾ ਦੇਣ ਵਾਸਤੇ ਵੀ ਤਾਂ ਕੁਝ ਚਾਹੀਦਾ। ਤੁਸੀਂ ਕਹਿੰਦੇ ਵੀ ਇੱਥੇ ਸਾਰਾ ਕੁਝ ਠੀਕ ਚੱਲ ਰਿਹਾ, ਤੁਹਾਨੂੰ ਲੱਗਦਾ ਵੀ ਇਹ 3 ਮਈ ਤੱਕ ਮਸਲਾ ਹੱਲ ਹੋ ਜਾਊਗਾ? ਤੁਹਾਨੂੰ ਲੱਗਦਾ ਕਿ ਜਿਹੜੇ ਇੱਥੇ ਨਿਊਜ਼ੀਲੈਂਡ 'ਚ ਫਸੇ ਹੋਏ ਨਾਗਰਿਕ ਆ ਭਾਰਤੀ, ਉਹ 3 ਮਈ ਨੂੰ ਜਾਂ 3 ਮਈ ਤੋਂ ਲੈ ਕੇ 5, 7, 10 ਮਈ ਤੱਕ ਵਾਪਸ ਚਲੇ ਜਾਣਗੇ? ਹਾਂਜੀ, ਮੈਨੂੰ ਕਾਫੀ ਹੱਦ ਤੱਕ ਉਮੀਦ ਹੈ ਜੀ ਇਹ ਹੋ ਜਾਊਗਾ। ਨਿਊਜ਼ੀਲੈਂਡ ਗਵਰਨਮੈਂਟ ਵੀ ਅੱਜ ਵੀ, ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਦਾ, ਵੈਸੇ ਸਾਡੀ ਉਹ ਜ਼ਿਆਦਾ ਇਹਨੂੰ ਪਬਲਿਕ ਨਹੀਂ ਕਰੀਦਾ, ਅੱਜ ਵੀ ਸਾਡਾ ਜਿਹੜੇ ਇੱਥੋਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਫੋਰਨ ਮਿਨਿਸਟਰ ਦੀ ਗੱਲ ਐਕਸਟਰਨਲ ਅਫੇਅਰਸ ਮਿਨਿਸਟਰ ਨਾਲ ਹੋਣ ਜਾ ਰਹੀ ਹੈ। ਅਗਲੇ 1 ਘੰਟੇ ਦੇ ਵਿੱਚ ਅਸੀਂ ਉਹਨਾਂ ਦੀ ਕਾਲ ਲਾਈ ਹੈ, ਤੇ ਤਾਂ ਕਿ ਦੋਨਾਂ ਦੇਸ਼ਾਂ ਦੇ ਹਾਈਐਸਟ ਲੈਵਲ ਤੇ ਅਸੀਂ ਕਰਕੇ ਇਸ ਇਸ਼ੂ ਨੂੰ ਜਲਦੀ ਤੋਂ ਜਲਦੀ ਹੱਲ ਕੱਢੀਏ, ਕਿਉਂਕਿ ਉੱਥੋਂ ਨਿਊਜ਼ੀਲੈਂਡ ਦੇ ਨਾਗਰਿਕ ਵੀ ਆਣੇ ਆ। ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸੇ ਫਲਾਈਟ ਤੇ ਕੋਈ ਤਾਲਮੇਲ ਕਰ ਲਈਏ ਕਿ ਇੱਧਰਲੇ ਲੋਕਾਂ ਨੂੰ ਉੱਧਰ ਕਰ ਦਈਏ, ਉੱਧਰਲੇ ਲੋਕਾਂ ਨੂੰ ਇੱਧਰ ਕਰ ਲਈਏ। ਪਰ ਜਿਵੇਂ ਇਹਦੇ ਨਾਲ ਪਿੱਛੇ ਜੇ ਸਿਰਫ ਲਿਆਣੇ ਹੁੰਦੇ ਤਾਂ ਕਦੋਂ ਦੇ ਅਸੀਂ ਲਿਆਉਣੇ ਸੀ। ਇੰਡੀਆ ਨੇ ਤਾਂ ਕੁਵੈਤ ਚੋਂ ਕਿੰਨੇ ਲੱਖਾਂ ਲੋਕ ਬੰਬ ਵਰਦਿਆਂ ਚੋਂ ਕੱਢੇ ਆ। ਇੰਡੀਆ ਦਾ ਦੁਨੀਆ 'ਚ ਇਸ ਗੱਲ ਦਾ ਨਾਂ ਹੈਗਾ ਕਿ ਇਨ ਡਿਸਟ੍ਰੈਸ ਉਹ ਆਪਣੇ ਸਿਟੀਜ਼ਨਸ ਨੂੰ ਜਾ ਕੇ ਲੈ ਕੇ ਆਉਂਦੇ ਆ। ਸੋ ਇੰਡੀਆ ਦੀ ਇਹਦੇ, ਮੈਂ ਕਹਿੰਦਾ ਇਹਦੇ ਤੇ PhD ਕੀਤੀ ਹੋਈ ਹੈ। ਪਰ ਇਸ ਵੇਲੇ ਹਾਲਾਤ ਹੋਰ ਨੇ, ਕਿਉਂਕਿ ਬਿਮਾਰੀਆਂ ਦਾ ਦੌਰ ਚੱਲ ਰਿਹਾ, ਨਵੇਂ ਇਸ਼ੂਜ਼ ਆਉਂਦੇ ਆ। ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸੀਂ ਇਹ ਨਹੀਂ ਹੈ ਕਿ ਕੁਝ ਹੋ ਨਹੀਂ ਰਿਹਾ, ਪਰ ਬਿਹਾਈਂਡ ਦਾ ਸੀਨਸ ਬਹੁਤ ਕੁਝ ਹੋ ਰਿਹਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਹਰ ਇੱਕ ਨੂੰ ਆਪਣੇ ਆਪਣੇ ਘਰ ਸੌਖੇ ਤਰੀਕੇ ਨਾਲ ਸੇਫਲੀ ਪਹੁੰਚਾਇਆ ਜਾਵੇ। ਪਰ ਜੀ ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ, ਪਰ ਪਹਿਲਾਂ ਇੱਕ ਨਿੱਕਾ ਜਿਹਾ ਵਕਫਾ ਲੈਂਦੇ ਜੀ। ਭਾਵ ਜੀ, ਪਿਛਲੇ ਦਿਨੀ ਤੁਸੀਂ ਆਪਣੀ ਵੈਬਸਾਈਟ ਦੇ ਉੱਪਰ ਮੰਗ ਕੀਤੀ ਸੀ ਕਿ ਜਿਹੜੇ ਲੋਕ ਇੱਥੇ ਆ ਕੇ ਫਸੇ ਹੋਏ ਨੇ, ਭਾਰਤੀ ਲੋਕ, ਉਹ ਆਪਣੇ ਨਾਮ ਜਿਹੜੇ ਨੇ ਉਹ ਦਰਜ ਕਰਵਾ ਸਕਦੇ ਨੇ ਉੱਥੇ। ਤੇ ਹੁਣ ਤੱਕ ਕਿੰਨੇ ਕੁ ਲੋਕਾਂ ਨੇ ਤੁਹਾਡੇ ਤੱਕ ਕੰਟੈਕਟ ਕਰ ਲਿਆ ਤੇ ਉਹਨਾਂ ਲੋਕਾਂ ਦੇ ਲਈ ਕੀ ਪ੍ਰਬੰਧ ਕੀਤੇ ਨੇ ਤੁਸੀਂ? ਸਾਡੇ ਕੋਲ ਇਹ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਭਾਰਤੀ ਨਿਊਜ਼ੀਲੈਂਡ 'ਚ ਫਸੇ ਜੀ, ਹਾਂਜੀ, ਸੋ ਉਹ ਕੋਈ 900 ਦੇ ਕਰੀਬ ਲੋਕ ਹੈਗੇ ਆ ਜੀ ਜਿਹੜੇ ਇੱਥੇ ਫਸੇ ਹੋਏ ਨੇ। ਉਹਦੇ ਵਿੱਚ ਇਹੋ ਜਿਹੇ ਵੀ ਹੈ ਜਿਹੜੇ ਕਿਸੇ ਸਿਟੀਜ਼ਨ ਦੇ ਪੇਰੈਂਟਸ ਹੈਗੇ ਆ, ਤੇ ਕਈਆਂ ਨੇ ਉਹ ਲਿਸਟ ਥੋੜੀ ਜਿਹੀ ਵੱਧ ਵੀ ਰਹੀ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਜਿਹੜੇ ਤਾਂ ਸੈਲਾਨੀ ਸੀ ਉਹਨਾਂ ਨੇ ਕੀਤਾ। ਹੁਣ ਜਿਹੜੇ ਸੈਲਾਨੀਆਂ ਤੋਂ ਬਾਅਦ ਜਿਹੜੇ ਇੱਥੇ ਥੋੜੇ ਜਿਹੇ 6 ਮਹੀਨੇ ਲਈ 3 ਮਹੀਨੇ ਲਈ ਆਏ ਸੀ, ਉਹਨਾਂ ਦੇ ਵੀ ਜਾਣ ਦਾ ਟਾਈਮ ਆ ਗਿਆ, ਉਹ ਵੀ ਐਡ ਹੋਣ ਲੱਗ ਪਏ ਆ। ਸੋ ਹੁਣ ਕੋਈ 900 ਦੇ ਕਰੀਬ ਹੈ, ਤੇ ਸਾਨੂੰ ਉਮੀਦ ਹੈ ਕਿ ਜਦੋਂ ਇਹ ਅਸੀਂ ਖੋਲਾਂਗੇ ਉਦੋਂ ਨੂੰ ਇਹ 1000 ਟਾਈ ਨੰਬਰ ਟੱਚ ਕਰ ਜਾਏਗਾ। ਪਰ ਇੱਕ ਹੋਰ ਸਵਾਲ ਆ ਜੀ ਕਿ ਜਿਹੜਾ ਮਾਫੀ ਚਾਹੁੰਦਾ ਮੈਂ ਕਿ ਇਹ ਤੁਹਾਡੇ ਅਧਿਕਾਰੀ ਹੋਣ ਦੇ ਨਾਤੇ ਸ਼ਾਇਦ ਦਾਇਰੇ ਦੇ ਵਿੱਚ ਨਾ ਆਵੇ, ਪਰ ਕਿਉਂਕਿ ਉਦਾਂ ਤੁਹਾਡਾ ਵੀ ਪਿੱਛਾ ਪੰਜਾਬ ਦਾ, ਭਾਰਤ ਦਾ, ਜਦੋਂ ਤੁਸੀਂ ਇੱਥੇ ਵੀ ਰਹਿੰਦੇ ਨੂੰ ਤੁਹਾਨੂੰ 15 ਵਰ੍ਹੇ ਹੋ ਗਏ ਆ, ਤੁਲਨਾਤਮਕ ਅਧਿਐਨ ਕਰਕੇ ਦੇਖਦੇ ਹੋ ਬਤੌਰ ਨਾਗਰਿਕ ਇੱਥੋਂ ਦੇ, ਹੁਣ ਸਿਟੀਜ਼ਨ ਹੋਣ ਦੇ ਨਾਤੇ, ਜਦੋਂ ਤੁਸੀਂ ਤੁਲਨਾ ਕਰਕੇ ਦੇਖਦੇ ਹੋ ਜੀ ਕਿ ਇੱਥੇ ਤਾਂ ਕਿਸੇ ਵੀ ਸੰਕਟਮਈ ਸਮੇਂ ਦੇ ਲਈ ਪਤਾ ਨਹੀਂ ਆਉਂਦੇ 1 ਸਕਿੰਟ ਦੇ ਵਿੱਚ, 1 ਪਲ ਦੇ ਵਿੱਚ ਕੀ ਹੋਣਾ ਪਤਾ ਹੀ ਨਹੀਂ ਕਿਸੇ ਨੂੰ, ਪਰ ਉਹਦੇ ਲਈ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੇ ਪ੍ਰਬੰਧ ਕਰਕੇ ਰੱਖੇ ਹੁੰਦੇ ਆ। ਸਾਡੇ ਭਾਰਤ ਦੇ ਹਿੱਸੇ ਦੇ ਵਿੱਚ ਇਹ ਗੱਲ ਕਿਉਂ ਨਹੀਂ ਆਉਂਦੀ? ਕਦੇ ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਝ ਪ੍ਰਬੰਧ ਕਰਨਾ ਚਾਹੀਦਾ? ਇਹਦਾ ਮੈਂ ਜਿਹੜਾ ਤੁਹਾਨੂੰ ਇਲਾਜ ਜਾਂ ਇਹਦਾ ਹੱਲ ਇਹ ਦੱਸਦਾ ਕਿ ਇਹ ਦੇਸ਼ ਪੁਰਾਣੇ ਵੇਲੇ ਦੇ ਡਿਵੈਲਪਡ ਦੇਸ਼ ਰਹੇ ਨੇ। ਭਾਰਤ ਸਾਡਾ ਦੇਸ਼ ਆਜ਼ਾਦ ਹੋਇਆ ਤੇ ਇਹਨਾਂ ਦੇ ਆਜ਼ਾਦੀ ਨੂੰ ਜੇ ਅਸੀਂ ਦੇਖੀਏ ਉਹਦੇ ਤੇ ਬਹੁਤ ਫਰਕ ਹੈਗਾ। 200 ਸਾਲ ਪਹਿਲਾਂ ਜਦੋਂ ਇਹਨਾਂ ਦੇਸ਼ਾਂ ਨੇ ਸਾਡੇ ਦੇਸ਼ ਤੇ ਕਬਜ਼ਾ ਕੀਤਾ ਸੀ, ਉਸ ਵੇਲੇ ਸਾਡੇ ਭਾਰਤ ਦੇਸ਼ ਦੀ GDP ਗਲੋਬਲੀ 20-22% ਸੀਗਾ ਹਿੱਸਾ। ਤਾਂ ਹੀ ਉਹਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਐਵੇਂ ਸਾਨੂੰ ਖੁਸ਼ ਕਰਨ ਲਈ ਨਹੀਂ ਕਿਹਾ ਜਾਂਦਾ ਸੀ, ਇਹ ਜੈਨੂਅਨ ਫੈਕਟ ਹੈ।
ਕਿ ਇੰਡੀਆ ਵਾਸ 22% ਆਫ ਦਾ ਗਲੋਬਲ GDP 200 ਸਾਲ ਬਾਅਦ ਸਾਡੀ ਇਹ ਗਲੋਬਲ GDP ਦਾ ਪੁਆਇੰਟ ਪਰਸੈਂਟੇਜ ਆ ਗਿਆ, 1% ਨਹੀਂ ਰਿਹਾ ਸੀਗਾ। ਤੇ ਉੱਥੋਂ ਦੀ ਲੈ ਕੇ ਅੱਜ ਫਿਰ ਭਾਰਤ 8-9% ਤੇ ਪਹੁੰਚ ਚੁੱਕਿਆ ਹੈਗਾ। ਸੋ ਯੈਸ, ਤੁਹਾਡੀ ਅਸੀਂ ਗੱਲ ਮੰਨਦੇ ਹਾਂ ਕਿ ਦੇਰ ਆਰ ਇਸ਼ੂਜ਼ ਵਿਚ ਹੈਵ ਟੂ ਬੀ ਵਰਕਡ ਅਰਾਊਂਡ, ਪਰ ਭਾਰਤ ਉਸ ਰਾਹ ਤੇ ਤੁਰਿਆ ਹੋਇਆ। ਤੁਸੀਂ ਵੀ ਦੇਖਿਆ ਹੋਣਾ, ਜਾਂ ਜਿਸ ਵੇਲੇ ਤੁਸੀਂ ਸਕੂਲ ਜਾਂਦੇ ਸੀਗੇ ਜਾਂ ਜਿਸ ਵੇਲੇ ਤੁਸੀਂ ਛੋਟੇ ਬੱਚੇ ਸੀ, ਰਿਸ਼ਤੇਦਾਰੀਆਂ ਨੂੰ ਜਾਂਦੇ ਸੀਗੇ, ਤੁਸੀਂ ਉਦੋਂ ਕਿਵੇਂ ਜਾਂਦੇ ਸੀਗੇ ਤੇ ਤੁਸੀਂ ਅੱਜ ਕਿਵੇਂ ਜਾਂਦੇ ਹੋ। ਜਿਹੜੇ ਤੁਹਾਡੇ ਕੋਲੇ ਉਸ ਵੇਲੇ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਦੀ ਜ਼ਿੰਦਗੀ ਉਦੋਂ ਤੇ ਅੱਜ 'ਚ ਕਾਫੀ ਫਰਕ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਫੁੱਲੀ ਡਿਵੈਲਪ ਹੋ ਗਿਆ, ਹਜੇ ਡਿਵੈਲਪਮੈਂਟ ਔਨ ਦਾ ਵੇ ਹੈਗੀ ਹੈ, ਇਨਕਰੀਮੈਂਟਲ ਪ੍ਰੋਗਰੈਸ ਹੋ ਰਹੀ ਹੈ। ਦੇਸ਼ ਵੱਡਾ, ਜਿਹੜਾ ਵਿਕਾਸ ਆ ਉਹ ਉਲਾਂਭਿਆਂ ਦੀ ਭੇਟ ਵੱਧ ਚੜ ਜਾਂਦਾ, ਜੋ ਕਿ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ। ਮੈਂ ਪਿਛਲੇ ਦਿਨੀ ਭਵ ਜੀ ਤੁਲਨਾ ਕਰਕੇ ਦੇਖੀ, ਇੱਥੋਂ ਦੇ ਜਿਹੜੇ ਮੰਤਰੀ ਨੇ ਸਿਹਤ ਵਿਭਾਗ ਦੇ ਡੇਵਿਡ ਕਲਾਰਕ ਹੋਰੀ, ਉਹਨਾਂ ਨੇ ਗਲਤੀ ਕੀਤੀ, ਉਹਨਾਂ ਨੇ ਗਲਤੀ ਕਬੂਲ ਕਰ ਲਈ, ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਸਾਡੇ ਦੇਸ਼ ਦੇ ਵਿੱਚ ਇੰਨੀ ਸੁੱਚਤਾ ਤੇ ਇੰਨੀ ਸਾਦਗੀ ਤੇ ਇੰਨਾ ਅਹਿਸਾਸ ਪਾਲਣਾ ਕਿ ਮੈਂ ਗਲਤੀ ਕੀਤੀ ਹੈ ਤੇ ਹਾਂ ਯਾਰ ਮੈਂ ਮੰਨਦਾ, ਇਹ ਗੱਲ ਔਖੀ ਆ ਹਾਲ ਦੀ ਘੜੀ। ਹਾਲਾਂਕਿ ਇਹ ਨੇਤਾਵਾਂ ਦੇ ਪੱਧਰ ਦੀ ਗੱਲ ਆ, ਪਰ ਫਿਰ ਵੀ ਜਦੋਂ ਬੈਠਦੇ ਆ ਕਿਤੇ ਤੇ ਕੁਝ ਚਰਚਾ ਛਿੜਦੀ ਹੈ ਵੀ ਜੇਕਰ ਉੱਥੇ ਡੇਵਿਡ ਕਲਾਰਕ ਹੋਰੀ ਹੁੰਦੇ, ਉਹਨਾਂ ਨੇ ਕਹਿਣਾ ਸੀ ਨਾ ਮੈਂ ਤਾਂ ਇੱਦਾਂ ਦੀ ਗੱਲ ਕੀਤੀ ਨਹੀਂ, ਵਿਰੋਧੀਆਂ ਨੇ ਐਵੇਂ ਪੜੋਲਜਾ ਬਣਾ ਲਿਆ, ਦੇਖਾਂਗੇ ਕੀ ਬਣਦਾ, ਮੈਂ ਦੂਜੀ ਪਾਰਟੀ ਚੱਲਿਆ। ਇਦਾਂ ਦਾ ਕੰਮ ਚੱਲਦਾ। ਕੀ ਮੰਨਦੇ ਹੋ ਕਿ ਆਉਂਦੇ ਸਮੇਂ ਦੇ ਵਿੱਚ ਜੋ ਭਾਰਤ ਦੇ ਵਿੱਚ ਇਸ ਵਕਤ ਕਰੋਨਾ ਦੇ ਕਰਕੇ ਕਹਿਰ ਬਹੁਤ ਵੱਧ ਰਿਹਾ, ਮਹਾਰਾਸ਼ਟਰ ਜਿਹੜਾ ਉਹ ਪਹਿਲੇ ਨੰਬਰ ਦੇ ਉੱਤੇ ਆ ਗਿਆ, ਪੰਜਾਬ ਦੇ ਵਿੱਚ ਵੀ ਜਵਾਹਰਪੁਰਾ ਖੇਤਰ ਆ ਜਿਹੜਾ ਉਹ ਪਹਿਲੇ ਨੰਬਰ ਦੇ ਉੱਤੇ ਆ, ਮੋਹਾਲੀ ਖੇਤਰ, ਸੰਕਟ ਲਗਾਤਾਰ ਵੱਧ ਰਿਹਾ। ਤੁਹਾਨੂੰ ਇੱਥੇ ਕੋਈ ਸੰਪਰਕ ਕੀਤਾ ਜਾਂਦਾ ਜੀ ਕਿ ਜੋ ਇੱਥੋਂ ਦੀ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਆ, ਮਾੜਾ ਮੋਟਾ ਨੁਕਤਾ ਦੱਸੋ ਤਾਂ ਜੋ ਅਸੀਂ ਵੀ ਉਹਨੂੰ ਭਾਰਤ ਦੇ ਵਿੱਚ ਲਾਗੂ ਕਰੀਏ। ਹਾਂਜੀ, ਇਹ ਤਾਂ ਮੇਰਾ ਵਨ ਆਫ ਮਾਈ ਮੇਜਰ ਰੋਲਸ ਹੈਗਾ ਜੀ। ਹੁਣ ਅਸੀਂ ਮਤਲਬ ਬੰਦ ਹੋਣ ਤੋਂ ਪਹਿਲਾਂ ਹੀ ਮੈਂ ਇੰਡੀਆ ਸੀਗਾ ਆਪਣੇ ਡਿਪਟੀ ਪ੍ਰਾਈਮ ਮਿਨਿਸਟਰ ਦੇ ਨਾਲ, ਤੇ ਸਾਡਾ ਟ੍ਰੇਡ ਮਿਨਿਸਟਰ, ਮੈਂ ਉਹਨਾਂ ਦੇ ਨਾਲ ਹੀ ਇੰਡੀਆ ਗਿਆ ਸੀਗਾ। ਤੇ ਉਸ ਮੀਟਿੰਗ ਦੌਰਾਨ ਇਹੋ ਜਿਹੇ ਬਹੁਤ ਮੁੱਦਿਆਂ ਤੇ, ਈਵਨ ਸਾਡੇ ਜਿਹੜੇ এনवायरमेंटल ਕਲੀਨਿੰਗ ਰਿਵਰਸ ਦੀਆਂ ਟੈਕਨੋਲੋਜੀਜ਼, ਤੇ ਸਾਡੀ ਜਿੱਦਾਂ ਹੁਣ ਜ਼ਿਮੀਦਾਰਾ ਹੈਗਾ ਕਿ ਉਹ ਲੈ ਕੇ ਜਾਂਦਾ ਆਪਣਾ ਫਸਲ ਕੱਟ ਕੇ ਜਦੋਂ ਮੰਡੀ, ਜਿਹਨੂੰ ਅਸੀਂ ਕਹਿੰਦਾ ਫਾਰਮ ਟੂ ਫੋਰਕ ਮੀਨਸ ਆਪਣੇ ਟੇਬਲ ਤੇ ਪਹੁੰਚ ਗਿਆ, ਉਹਦੇ ਵਿੱਚ ਸਾਡਾ 30% ਹਾਰਟੀਕਲਚਰ ਵੇਸਟ ਹੋ ਜਾਂਦਾ, ਗਲ ਜਾਂਦਾ। ਇਹਨਾਂ ਦੇ ਇੱਥੇ ਉਹ ਜਿਹੜਾ ਹੈਗਾ ਉਹ 2 ਜਾਂ 3% ਹੈ। ਸੋ ਜਿਹੜੀ ਉਹ ਚੇਨ ਹੈਗੀ ਹੈ ਕਿ ਜ਼ਿਮੀਦਾਰੇ ਤੋਂ ਲੈ ਕੇ ਤੇ ਤੁਹਾਡੀ ਜਿਹੜੀ ਡਿਸ਼ ਤਿਆਰ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹੀਏ ਗੋਭੀ ਆਲੂ ਤਿਆਰ ਹੋ ਗਈ, ਉਹਦੇ ਵਿੱਚ ਇਹਨਾਂ ਨੇ ਮਾਸਟਰੀ, ਇਸ ਦੇਸ਼ ਦੀ ਮਾਸਟਰੀ ਹੈਗੀ ਹੈ ਹਾਰਟੀਕਲਚਰ, ਤੇ ਅਸੀਂ ਉਹੋ ਜਿਹੀਆਂ ਟੈਕਨੋਲੋਜੀਜ਼ ਉੱਥੇ ਮੁਹੱਈਆ ਕਰ ਰਹੇ ਹਾਂ, ਇਹਨਾਂ ਦੀਆਂ ਗੱਲਾਂ ਬਾਤਾਂ ਕਰਾ ਰਹੇ ਹਾਂ। ਸੋ ਵਰਕ ਇਨ ਪ੍ਰੋਗਰੈਸ ਹੈਗਾ। ਦੇਸ਼ ਸਾਡਾ ਬਹੁਤ ਵੱਡਾ ਹੈ। ਇੱਕ ਮੈਂ ਹੋਰ ਐਗਜ਼ਾਮਪਲ ਦਊਂਗਾ, ਹੁਣ ਆਪਣੇ ਜੇ ਇੱਕ ਪਰਿਵਾਰ ਹੋਵੇ ਬਹੁਤ ਵੱਡਾ, ਤੇ ਇੱਕ ਪਰਿਵਾਰ ਹੋਵੇ ਜਿਹਦੇ 'ਚ ਇੱਕ ਨਿਆਣਾ ਹੋਵੇ ਜਾਂ 2 ਨਿਆਣਾ ਹੋਵੇ, ਤੇ ਉਹ ਦੋਨਾਂ ਪਰਿਵਾਰਾਂ ਦਾ ਜਿਹੜਾ ਇਕਨੋਮਿਕ ਤੇ ਉਹਨਾਂ ਦੀ ਉੱਦਾਂ ਡਿਵੈਲਪਮੈਂਟ ਤੇ ਪੇਰੈਂਟਸ ਵੀ ਉਹਨੂੰ ਬੱਚਿਆਂ ਨੂੰ ਕਿੰਨਾ ਕੁ ਧਿਆਨ ਦੇ ਸਕਦੇ ਕਿ ਉਹਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ। ਸੋ ਸਾਡਾ ਦੇਸ਼ ਬਹੁਤ ਵੱਡਾ ਦੇਸ਼ ਹੈ। ਸੋ ਉਹਦੀਆਂ ਵੱਡੇ ਹੋਣ ਦੇ ਕਾਰਨ ਉਹਦੇ ਪੋਜ਼ਿਟਿਵਸ ਵੀ ਹੈ ਤੇ ਥੋੜੀ ਜਿਹੀਆਂ ਮੁਸ਼ਕਲਾਂ ਵੀ ਹੈਗੀਆਂ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਦੀ ਇਸ ਮੁੱਦੇ ਦੇ ਉੱਪਰ ਤੁਹਾਡੀ ਵਿਚਾਰ ਚਰਚਾ ਹੋਈ ਹੈ ਉੱਥੋਂ ਦੀਆਂ ਸਰਕਾਰਾਂ ਦੇ ਨਾਲ ਕਿ ਇੱਥੇ ਕਿਤੇ ਨਾ ਕਿਤੇ ਜੋ ਸਹੂਲਤ ਇੱਕ ਗਰੀਬ ਨੂੰ ਦਿੱਤੀ ਜਾਂਦੀ ਹੈ, ਉਹੀ ਸਹੂਲਤ ਇੱਕ ਅਮੀਰ ਦੀ ਵੀ ਹੈ? ਮਤਲਬ ਜਿਹੜਾ ਗਰਾਊਂਡ ਲੈਵਲ ਦੇ ਉੱਪਰ ਕੰਮ ਹੁੰਦਾ, ਸਿਰਫ ਕਾਗਜ਼ਾਂ ਦੇ ਉੱਪਰ ਕੰਮ ਨਹੀਂ ਹੁੰਦਾ, ਜੋ ਕਿ ਸਾਡੇ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਵਧੇਰੇ ਆ। ਸੋ ਕਦੀ ਇਦਾਂ ਦੀ ਚਰਚਾ ਨਹੀਂ ਉਹਨਾਂ ਨਾਲ ਹੋਈ ਵੀ ਆਪਾਂ ਨੂੰ ਵੀ ਜ਼ਮੀਨੀ ਪੱਧਰ ਤੋਂ ਕੰਮ ਕਰਨ ਦੀ ਲੋੜ ਹੈ, ਸਿਰਫ ਕਾਗਜ਼ਾਂ ਦੇ ਵਿੱਚ ਨਹੀਂ? ਗਰੀਬ ਦੀ ਚੇਤਾ ਜਿਹੜਾ ਉਹ ਸਿਰਫ ਵੋਟਾਂ ਦੇ ਮੌਕੇ ਨਾ ਆਵੇ, ਉਦਾਂ ਵੀ ਗਰੀਬ ਤੁਹਾਡੇ ਚੇਤੇ ਦੇ ਵਿੱਚ ਵਸਿਆ ਰਹੇ। ਹਾਂਜੀ, ਇਹ ਤਾਂ ਅਕਸਰ ਹੁੰਦੀ ਰਹਿੰਦੀ ਹੈ ਜੀ ਗੱਲਾਂ। ਇਹੀ ਤਾਂ ਮੇਨ ਗੱਲਾਂ ਹੈਗੀਆਂ ਕਿ ਹਾਊ ਅਸੀਂ ਇੰਡੀਆ ਨੂੰ ਨੈਕਸਟ ਸਟੈਪ ਤੇ ਲੈ ਕੇ ਜਾਣਾ ਹੈ। ਵੱਡਾ ਦੇਸ਼ ਹੋਣ ਦੇ ਕਾਰਨ ਅਸੀਂ 1% ਆਫ ਪੋਪੂਲੇਸ਼ਨ ਆਫ ਇੰਡੀਆ ਕਮਸ ਆਊਟ ਆਫ ਪਾਵਰਟੀ ਐਵਰੀ ਈਅਰ। 1% ਦਾ ਜੇ ਤੁਸੀਂ ਨੰਬਰ ਜੋੜ ਕੇ ਦੇਖੋ 130 ਕਰੋੜ ਦਾ, ਕਿ ਉਹ ਨਿਊਜ਼ੀਲੈਂਡ ਦੇ ਟੋਟਲ ਪੋਪੂਲੇਸ਼ਨ ਨਾਲੋਂ ਵੀ ਵੱਧ ਹੈ। ਤਾਂ ਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ, ਤੁਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਦੇਖੋ, ਜਿਹੜੇ ਪਿੰਡ 'ਚ ਤੁਹਾਡੇ ਸੀ ਜਿਹੜੇ ਰਹਿੰਦੇ, ਉਹਨਾਂ ਦੀ ਅੱਜ ਤੋਂ 20-25 ਸਾਲ ਪਹਿਲਾਂ ਤੇ ਅੱਜ ਮੇਰੇ ਹਿਸਾਬ ਨਾਲ ਇੰਪਰੂਵਮੈਂਟ ਹੈਗੀ ਹੈ। ਜਿਹੜਾ ਸਾਈਕਲ ਤੇ ਸੀ ਉਹ ਅੱਜ ਉਹ ਮੋਟਰਸਾਈਕਲ ਤੇ ਹੈਗਾ, ਮੈਂ ਆਪਣੇ ਆਪ ਦੇਖਿਆ। ਸੋ ਤਰੱਕੀ ਹੈਗੀ ਹੈ, ਪਰ ਇਨਕਰੀਮੈਂਟਲ ਪ੍ਰੋਗਰੈਸ। ਕੀ ਕਾਰਨ ਮੰਨਦੇ ਹੋ ਭਵ ਜੀ ਕਿ ਜਿਵੇਂ ਕੈਨੇਡਾ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵਿਦਿਆਰਥੀ ਵੱਧ ਜਾਂਦੇ ਪੜ੍ਹਨ ਦੇ ਲਈ, ਨਿਊਜ਼ੀਲੈਂਡ ਦੇ ਵਿੱਚ ਮੁਕਾਬਲਤਨ ਘੱਟ ਆ ਰਹੇ ਆ?
ਸਾਨੂੰ ਤਾਂ ਇਹ ਲੱਗਦਾ ਕਾਫੀ ਹੈ ਜੀ ਇੱਥੇ ਮੁਕਾਬਲਤਾ ਨਹੀਂ, ਜੇ ਉਹਨਾਂ ਦੇ ਨਾਲ ਤੁਲਨਾ ਕੀਤੀ ਜਾਵੇ, ਜੇ ਕੈਨੇਡਾ ਦੇ ਨਾਲ ਤੁਲਨਾ ਹਾਂਜੀ। ਕਰਕੇ ਵੇਖਿਆ, ਆਸਟ੍ਰੇਲੀਆ ਨਾਲ ਵੇਖੀਏ, ਹਾਂਜੀ। ਤਾਂ ਉਹਦੇ ਮੁਕਾਬਲੇ ਕਿਤੇ ਨਾ ਕਿਤੇ ਨਿਊਜ਼ੀਲੈਂਡ ਵੱਲ ਰੁਝਾਨ ਥੋੜਾ ਘੱਟ ਹੈ। ਹਾਂਜੀ, ਸੋ ਦੇਖੋ ਉੱਥੇ ਕਾਲਜ ਵੀ ਵੱਧ ਹੈ, ਉੱਥੇ ਸ਼ਹਿਰ ਵੀ ਵੱਧ ਹੈ, ਆਬਾਦੀ ਵੀ ਵੱਧ ਹੈ, ਫਿਰ ਇਹ ਸਾਈਜ਼ ਨਾਲ ਐਵਰੀਥਿੰਗ ਇਜ਼ ਰਿਲੇਟਿਵ ਟੂ ਸਾਈਜ਼। ਹੁਣ ਆਸਟ੍ਰੇਲੀਆ ਦੀ ਪੋਪੂਲੇਸ਼ਨ ਤੇ ਸ਼ਹਿਰ ਸਾਡੇ ਨਾਲ ਵੱਡੇ ਆ, ਉੱਥੇ ਜ਼ਿਆਦਾ ਕਾਲਜ ਹੈ। ਕੈਨੇਡਾ ਦਾ ਤਾਂ ਬਹੁਤ ਹੀ ਵੱਡਾ ਜੀ। ਸੋ ਉੱਥੇ ਜ਼ਿਆਦਾ ਸ਼ਹਿਰ ਹੈ, ਕਿੰਨੇ ਸਾਰੇ ਸ਼ਹਿਰ ਹੈ, ਸਾਡੇ ਤਾਂ ਇੱਥੇ ਸ਼ਹਿਰ ਹੀ 2 ਹੈ। ਜੇ ਅਸੀਂ ਖਿੱਚ ਕੇ ਦੇਖੀਏ ਤਾਂ 3 ਹੋਣਗੇ ਜਿੱਥੇ ਮੇਨ ਸਾਡੇ ਆਉਣਾ ਚਾਹੁੰਦੇ ਆ। ਸੋ ਪਰ ਜਦੋਂ ਅਸੀਂ ਇਹਨੂੰ ਪਰ ਕੈਪੀਟਾ ਨਾਲ ਜੋੜ ਕੇ ਦੇਖੀਏ, ਉਸ ਹਿਸਾਬ ਨਾਲ ਆਈ ਥਿੰਕ ਨਿਊਜ਼ੀਲੈਂਡ ਇਜ਼ ਗੈਟਿੰਗ ਅ ਫੇਅਰ ਸ਼ੇਅਰ ਆਫ ਸਟੂਡੈਂਟਸ। ਜੀ, ਸੋ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਥੇ ਵੇਲਾ ਇੱਕ ਨਿੱਕੇ ਜਿਹੇ ਵਕਫੇ ਦਾ ਹੋ ਗਿਆ, ਵਕਫਾ ਲੈਣੇ ਆ ਤੇ ਫਿਰ ਮਿਲਦੇ ਆ। ਸੋ ਹੁਣ ਗੱਲਾਂ ਬਾਤਾਂ ਭਾਜੀ ਇੱਕ ਹੋਰ ਜਾਣਕਾਰੀ ਦਿਓ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜੇ ਪੰਜਾਬੋਂ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਵਿਦਿਆਰਥੀ ਆਏ ਪੜ੍ਹਨ ਦੇ ਲਈ, ਜਾਂ ਜਿਹੜੇ ਵਰਕ ਵੀਜ਼ੇ ਦੇ ਉੱਤੇ ਆਏ ਹੋਏ ਲੋਕ ਆ, ਵਰਕ ਪਰਮਿਟ ਮਿਲਿਆ ਹੋਇਆ ਉਹਨਾਂ ਨੂੰ, ਉਹ ਵੀ ਹੁਣ ਜਦੋਂ ਕੰਮ ਛੁੱਟ ਗਏ ਆ, ਕੋਈ ਟੈਕਸ ਦਾ ਭੁਗਤਾਨ ਕਰਨਾ ਕਿਸੇ ਦੇ ਕੋਲੋਂ ਸ਼ਾਇਦ ਨਹੀਂ ਵੀ ਭੁਗਤਾਨ ਹੁੰਦਾ ਹੋਊਗਾ, ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਦੀ ਰੋਟੀ ਟੁੱਕ ਦੇ ਲਈ, ਉਹਨਾਂ ਦੇ ਅੱਗੇ ਵਧਣ ਦੇ ਲਈ ਪ੍ਰਬੰਧ ਜਿਹੜੇ ਤੁਸੀਂ ਕਹਿੰਦੇ ਵੀ ਕੀਤੇ ਤਾਂ ਹੈਗੇ ਆ, ਪਰ ਉਹ ਕਿਹੜੇ ਪੱਧਰ ਦੇ ਆ? ਉਹਨਾਂ ਤੁਸੀਂ ਲੱਗਦਾ ਕਿ ਉਹ ਦੁਬਾਰਾ ਫਿਰ ਪੈਰਾਂ ਸਿਰ ਖੜੇ ਹੋ ਜਾਣਗੇ? ਦੇਖੋ ਸਾਡਾ ਜਿੱਦਾਂ ਪਹਿਲਾਂ ਮੈਂ ਇੱਕ ਦੱਸਿਆ ਸੀ, ਜਿਹੜੇ ਸਟ੍ਰੈਂਡਡ ਇੰਡੀਅਨਸ ਦਾ ਫੋਕਸ ਸਾਡਾ ਦਵਾਈਆਂ ਦਾ ਹੈਗਾ ਜੀ, ਤੇ ਜਿਹੜੇ ਇੱਥੋਂ ਦੇ ਸਟੂਡੈਂਟ ਹੈਗੇ ਆ ਤੇ ਵਰਕ ਪਰਮਿਟ ਵਾਲੇ ਆ, ਜਿਨ੍ਹਾਂ ਨੂੰ ਇੱਥੇ ਟੈਂਪਰੇਰੀ ਵੀਜ਼ਾ ਤੇ ਕਹਿੰਦੇ, ਇਹ ਸਰਕਾਰ ਨੇ, ਨਿਊਜ਼ੀਲੈਂਡ ਸਰਕਾਰ ਨੇ ਵੈਸੇ ਬਹੁਤ ਸੋਹਣਾ ਇਕਨੋਮਿਕ ਪੈਕੇਜ ਇੱਥੇ ਦਿੱਤਾ ਹੈ, ਵੇਜ ਸਬਸਿਡੀ ਦਿੱਤੀ ਹੈ ਸਾਰਿਆਂ ਨੂੰ, ਪਰ ਉਹਦੇ ਵਿੱਚ ਜਿਹੜੇ ਸਾਡੇ ਸਟੂਡੈਂਟ ਤੇ ਵਰਕ ਪਰਮਿਟ ਵਾਲੇ ਜਿਹੜੇ ਬਿਟਵੀਨ ਜੌਬਸ ਸੀਗੇ, ਜਿਹਨੇ ਬਾਈ ਚਾਂਸ ਇੱਕ ਨੌਕਰੀ ਛੱਡੀ ਸੀ, ਦੂਸਰੀ ਲੈਣੀ ਸੀ, ਜਾਂ ਕੋਈ ਹੋਰ ਕੰਟਰੈਕਟ ਵਰਕਰ ਤੇ ਸੀ, ਉਹਦੇ ਕੋਲ ਪੱਕੀ ਨੌਕਰੀ ਹੋਈ ਹੈ ਨਹੀਂ ਸੀਗੀ, ਉਹ ਇਸ ਵੇਜ ਸਬਸਿਡੀ ਦੇ ਪੈਰਾਮੀਟਰ ਦੇ ਅੰਡਰ ਨਹੀਂ ਹੁੰਦੇ। ਦੂਜਾ, ਇੱਥੇ ਜਿਹੜਾ ਇੱਥੋਂ ਦਾ ਨਾਗਰਿਕ ਹੈ ਉਹਨੂੰ ਡੋਲ ਮਿਲ ਜਾਂਦੀ ਹੈ, ਜਿਹੜੇ ਇਹ ਹੈ ਇਹਨਾਂ ਨੂੰ ਡੋਲ ਵੀ ਨਹੀਂ ਮਿਲਦੀ, ਸਾਡੇ ਸਟੂਡੈਂਟਸ ਨੂੰ ਤੇ ਵਰਕ ਪਰਮਿਟ ਵਾਲਿਆਂ ਨੂੰ। ਸੋ ਅਸੀਂ ਸਰਕਾਰ ਨੂੰ ਵੀ ਇੱਥੇ ਕਿਹਾ ਸੀ ਕਿ ਇਹ ਇੱਥੋਂ ਦੇ ਹੀ ਤੁਹਾਡੇ ਰਹਿੰਦੇ ਆ, ਦੇ ਐਡ ਟੂ ਯੋਰ ਇਕਨੋਮੀ, ਕਿ ਇਹਨਾਂ ਦਾ ਵੀ ਖਿਆਲ ਕੀਤਾ ਜਾਵੇ। ਪਰ ਉਹਨਾਂ ਨੇ ਕਿਹਾ ਕਿ ਐਮਬੈਸੀਆਂ ਤੇ ਕੌਂਸੂਲੇਟ ਇਹਨਾਂ ਦਾ ਖਿਆਲ ਰੱਖਣ, ਤੇ ਸਾਡੇ ਜਿਹੜੇ ਹਾਈ ਕਮਿਸ਼ਨਰ ਹੈ ਵੈਲਿੰਗਟਨ, ਮੁਕਤੇਸ਼ ਪਰਦੇਸ਼ੀ ਜੀ, ਉਹਨਾਂ ਨੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਲਾਮਬੰਦ ਕੀਤਾ ਕਿ ਇਹਨਾਂ ਨੂੰ ਵੀ ਕਿਸੇ ਕਿਸਮ ਦੀ ਜੋ ਪ੍ਰੋਬਲਮ ਹੈਗੀ ਹੈ, ਉਹ ਚਾਹੇ ਫਾਈਨੈਂਸ਼ੀਅਲ ਹੈਗੀ ਹੈ, ਚਾਹੇ ਫੂਡ ਦੀ ਹੈਗੀ ਹੈ, ਉਹ ਹੱਲ ਕੀਤੀ ਜਾਵੇ। ਸੋ ਮੈਂ ਤੁਹਾਨੂੰ ਦੱਸਦਾ, ਅਸੀਂ ਉਹਨਾਂ ਨੂੰ ਖਾਣ ਲਈ ਵੀ ਦੇ ਰਹੇ ਹਾਂ ਜੀ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਰੋਜ਼, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਅਸੀਂ 8-16 ਪੈਕ ਮੈਗੀ ਦੇ ਕਾਰਟਨਸ ਉਹਨਾਂ ਨੂੰ ਦੇ ਰਹੇ ਹੈਗੇ ਆ, ਜਿਹੜੇ ਫੁੱਲ ਮੀਲ ਹੋ ਜਾਂਦਾ। ਅਸੀਂ ਨਾਲ ਉਹਨਾਂ ਨੂੰ ਬਨਾਨਾਸ ਵੀ ਦਿੰਦੇ ਹਾਂ, ਅਸੀਂ ਰਾਈਸ ਵੀ ਉਹਨਾਂ ਨੂੰ ਦਿੰਦੇ ਆ, ਅਸੀਂ ਸਬਜ਼ੀਆਂ ਵੀ ਦਿੰਦੇ ਆ, ਰੈਡੀਮੇਡ ਸਾਗ ਦੇ ਟੀਨ 850 ਗ੍ਰਾਮ ਦੇ ਸਾਰਿਆਂ ਨੂੰ ਦਿੱਤੇ ਆ। ਸੋ ਆਪਾਂ ਉਹਨਾਂ ਨੂੰ ਇੰਨਾ ਖਾਣਾ ਇੱਥੇ ਦਿੱਤਾ ਹੈ ਕਿ ਉਹਨਾਂ ਦੇ ਅਗਲੇ 2 ਹਫ਼ਤੇ ਤੱਕ ਉਹ ਚੱਲਦਾ ਰਹੂਗਾ। ਕਿਸੇ ਨੂੰ ਅਸੀਂ ਕੈਸ਼ ਵਾਊਚਰ ਤੱਕ ਵੀ ਉਹਨਾਂ ਨੂੰ ਦਿੱਤੇ ਹੈਗੇ, ਕਿਉਂਕਿ ਸਾਡੇ ਬੱਚੇ ਨੇ, ਜੇ ਅਸੀਂ ਨਹੀਂ ਉਹਨਾਂ ਦਾ ਖਿਆਲ ਰੱਖਾਂਗੇ ਤਾਂ ਉਹਨਾਂ ਦਾ ਕੌਣ ਰੱਖੇਗਾ। ਇਸ ਵੇਲੇ ਵੈਸਟਰਨ ਯੂਨੀਅਨ ਵਗੈਰਾ ਵੀ ਬੰਦ ਹੈਗਾ, ਕੋਰੀਅਰ ਵੀ ਨਹੀਂ ਚੱਲ ਰਹੇ। ਸੋ ਕੋਈ ਵੀ ਸਟੂਡੈਂਟ ਤੇ ਉਹਨੂੰ ਵੀ ਕੋਈ ਵੀ ਤਕਲੀਫ ਹੋਵੇ, ਅਸੀਂ ਉਹਨਾਂ ਨੂੰ ਹੈਲਪ ਕਰਨ ਲਈ ਤਿਆਰ ਆ। ਪਿਛਲੇ 24 ਘੰਟੇ ਦੇ ਵਿੱਚ ਮੈਂ ਆਪਣੇ ਅੱਖੀਂ ਘੱਟੋ ਘੱਟ ਨਹੀਂ ਤਾਂ 1000 ਇਹੋ ਜਿਹਾ ਸਟੂਡੈਂਟ ਨੂੰ ਦੇਖਿਆ ਹੈਗਾ ਸਾਡੇ ਕੋਲ ਆ ਕੇ। ਹਰ ਕਿਸੇ ਨਾਲ ਮੈਂ ਪਰਸਨਲ ਵੀ ਗੱਲ ਨਹੀਂ ਕਰ ਪਾਉਂਦਾ, ਪਰ ਜੇ ਤੁਸੀਂ ਕਹਿ ਲਓ ਕਿ ਇੱਕ ਅਸੀਂ ਪਹਿਲਾਂ ਕੀਤਾ ਸੀ, ਹੁਣ ਅਸੀਂ ਮੱਧ ਜੇ 'ਚ ਆ ਗਏ ਹਾਂ, ਹੁਣ ਅਸੀਂ ਫੇਰ ਕੀਤਾ। ਪਰ ਪਿਛਲੇ 24 ਘੰਟੇ 'ਚ ਅਸੀਂ ਘੱਟੋ ਘੱਟ 1000 ਇਹੋ ਜਿਹੇ ਸਟੂਡੈਂਟ ਨੂੰ ਟੱਚ ਕਰਕੇ ਉਹਦੀ ਹੈਲਪ ਕੀਤੀ ਹੈ, ਜੋ ਹੈਲਪ ਉਹਨੂੰ ਚਾਹੀਦੀ। ਪਰ ਤੁਹਾਡੇ ਕੋਲੇ ਇਹੋ ਜਿਹੇ ਕੇਸ ਵੀ ਆਏ ਆ, ਤੁਹਾਡੇ ਨਾਲ ਸੰਪਰਕ ਕੀਤਾ ਵੀ ਭਾਈ ਅਸੀਂ ਜਿਹੜੀ ਥਾਂ ਦੇ ਉੱਤੇ ਰਹਿੰਦੇ ਸੀ, ਕਿਰਾਇਆ ਦੇਣ ਤੋਂ ਹੁਣ ਅਸਮਰੱਥ ਹਾਂ, ਉਹਨਾਂ ਨੇ ਕਿਹਾ ਵੀ ਭਾਈ ਬੂਹੋਂ ਬਾਹਰ ਨਿਕਲ ਜਾਓ, ਅਸੀਂ ਹੁਣ ਸੜਕ ਦੇ ਉੱਤੇ ਆ ਗਏ ਹਾਂ, ਸਾਡੇ ਉੱਤੇ ਬਹੁਤ ਵੱਡੀ ਵਿਪਤਾ ਪੈ ਗਈ ਆ? ਇਹੋ ਜਿਹੇ ਵੀ ਪੰਜਾਬੀਆਂ ਨੇ, ਭਾਰਤੀਆਂ ਨੇ ਸੰਪਰਕ ਕੀਤਾ ਕਿ ਨਹੀਂ? ਇਹੋ ਜਿਹੇ ਨੇ ਤਾਂ ਨਹੀਂ ਕੀਤਾ ਕਿ ਸਾਨੂੰ ਕੱਢਤਾ ਕਿਸੇ ਨੇ, ਪਰ ਇਹੋ ਜਿਹੇ ਨੇ ਜ਼ਰੂਰ ਕੀਤਾ ਕਿ ਉਹਨਾਂ ਦਾ ਪਲਾਨਡ ਸੀ ਇੱਥੋਂ ਛੱਡ ਕੇ ਉੱਥੇ ਆਉਣਾ। ਇੱਕ ਮੈਂ ਤੁਹਾਨੂੰ ਬਹੁਤ ਲਾਈਵ ਐਗਜ਼ਾਮਪਲ ਦਿੰਦਾ। ਹੁਣ ਆਪਣਾ ਇੱਕ ਕੋਈ ਮੇਰੇ ਖਿਆਲ ਉੱਤਰਾਖੰਡ ਸਟੇਟ ਦਾ ਸੀਗਾ, ਉਹ ਵੈਲਿੰਗਟਨ ਤੋਂ ਨੌਕਰੀ ਛੱਡ ਕੇ ਆਕਲੈਂਡ ਨੌਕਰੀ ਆ ਰਿਹਾ ਸੀ। ਉਹਨੇ ਉੱਥੇ ਨੋਟਿਸ ਦਿੱਤਾ ਸੀ, ਖਾਲੀ ਕਰਤਾ ਸੀ। ਜਦੋਂ ਇੱਥੇ ਆਇਆ ਤੇ ਇੱਥੇ ਆ ਸਾਰਾ ਲੋਕਡਾਊਨ ਹੋ ਗਿਆ, ਉਹਦੀ ਜਿੱਥੇ ਜੌਬ ਸੀ ਉਹ ਵੀ ਬੰਦ ਹੋ ਗਈ। ਸੋ ਇੱਦਾਂ ਬੰਦੇ ਹੈ ਜਿਹੜੇ ਡਿਟੇਲ 'ਚ ਜਾਈਏ ਉਹ ਫਾਲ ਥਰੂ ਹੋ ਜਾਂਦੇ ਆ। ਫਿਰ ਅਸੀਂ ਇੱਥੇ ਬੋਰਡਿੰਗ ਹਾਊਸਿਸ ਨਾਲ ਸੰਪਰਕ ਕੀਤਾ ਹੈ ਜੀ, ਜਿੱਥੇ ਅਸੀਂ, ਕਿਉਂਕਿ ਅਸੀਂ ਇਸ ਦੇਸ਼ ਦੇ ਜਿਹੜੇ ਸੋਸ਼ਲ ਡਿਸਟੈਂਸਿੰਗ ਲਾਜ਼ ਵੀ ਰੱਖਣੇ, ਇੱਕ ਕਮਰੇ 'ਚ ਅਸੀਂ 5 ਸਟੂਡੈਂਟ ਵੀ ਨਹੀਂ ਵੜ ਸਕਦੇ। ਸੋ ਉਹ ਵੀ ਸਾਰਾ ਅਸੀਂ ਇਹਨਾਂ ਦੇ ਦੇਸ਼ ਦੇ ਕਾਨੂੰਨ ਪਾਲਨ ਕਰਨਾ ਹੈ। ਸੋ ਅਸੀਂ ਇਹੋ ਜਿਹੀ ਜਗ੍ਹਾ ਆਈਡੈਂਟੀਫਾਈ ਕੀਤੀਆਂ ਜਿੱਥੇ ਅਸੀਂ ਉਹਨਾਂ ਨੂੰ ਰੱਖ ਸਕੀਏ, ਤੇ ਉਹਨਾਂ ਦਾ ਜਿਹੜਾ ਕੋਈ, ਜੇ ਉਹਦੇ ਕੋਲ ਜੈਨੂਅਨਲੀ ਪੈਸੇ ਹੈ ਨਹੀਂ, ਤੇ ਅਸੀਂ ਉਹਨੂੰ ਉਹਦੀ ਵੀ ਮਦਦ ਕੀਤੀ ਹੈ, ਜਿਹੜਾ ਉਹਦਾ ਵੀਕਲੀ
ਉੱਥੇ ਰਹਿੰਦਾ ਹੈਗਾ। ਪਰ ਇਹ ਹਰ ਕਿਸੇ ਨੂੰ ਨਹੀਂ ਅਸੀਂ ਕਹਿੰਦੇ ਕਿ ਜਿਹੜਾ ਜਿਹਨੂੰ ਜੈਨੂਅਨ ਲੋੜ ਹੈਗੀ ਹੈ, ਕਿਉਂਕਿ ਮਨੀ ਐਂਡ ਰਿਸੋਰਸਿਸ ਆਰ ਫਾਈਨਾਈਟ ਜੀ, ਉਹ ਬੇਅੰਤਤਾ ਹੈ। ਬਿਲਕੁਲ। ਤੇ ਇਹ ਤਾਂ ਚਲੋ ਇੱਕ ਤੁਸੀਂ ਦੱਸਿਆ ਕਿ ਮੈਡੀਕਲ ਕੇਸਿਸ ਜਿਹੜੇ ਨੇ ਉਹ ਬਹੁਤ ਸਾਹਮਣੇ ਆਏ ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਸੀ ਲੋਕਾਂ ਨੂੰ, ਜਾਂ ਇੱਕ ਸਟੂਡੈਂਟਸ ਵਾਲੇ ਜਿਹੜੇ ਕੇਸਿਸ ਉਹ ਬਹੁਤ ਆਏ। ਹੋਰ ਕਿਹੜੇ ਕੇਸਿਸ ਨੇ ਜਿਹੜੇ ਸਭ ਤੋਂ ਜ਼ਿਆਦਾ ਤੁਹਾਡੇ ਨਜ਼ਰ ਬਜ਼ੁਰਗਾਂ ਦੇ ਮਾਮਲੇ ਦੇ ਵਿੱਚ ਕੰਮ ਛੁੱਟ ਗਿਆ, ਸੇਵਾ ਮੁਕਤੀਆਂ ਦੇ ਮਾਮਲੇ ਦੇ ਵਿੱਚ, ਔਰਤਾਂ ਦੇ ਮਾਮਲੇ ਦੇ ਵਿੱਚ, ਬੱਚਿਆਂ ਦੇ ਮਾਮਲੇ 'ਚ, ਹੋਰ ਕਿਹੜੇ ਵੰਨਗੀ ਦੇ ਕੇਸ ਆ? ਹਾਂਜੀ, ਜ਼ਿਆਦਾਤਰ ਤਾਂ ਜਿਹੜਾ ਮੇਨ ਇਸ ਵੇਲੇ ਜਿਹਦਾ ਕੋਈ ਕੰਮ ਛੁੱਟ ਗਿਆ, ਵੈਸੇ ਇਹੋ ਜਿਹਾ ਕੇਸ ਬਹੁਤ ਘੱਟ ਹੈ ਕਿਉਂਕਿ ਸਰਕਾਰ ਨੇ ਕਾਨੂੰਨ ਬਣਾਤਾ ਕਿ ਜਿਹਦੇ ਕੋਲੇ ਕੰਮ ਹੈ ਉਹਨੂੰ ਕੰਮ ਤੋਂ ਕੱਢ ਨਹੀਂ ਸਕਦੇ ਜੀ ਇਸ ਵੇਲੇ। ਉਹ ਤਾਂ ਇਹੋ ਜਿਹਾ ਕੋਈ ਸਾਡੇ ਕੋਲੇ ਕੇਸ ਨਹੀਂ ਆਇਆ ਪਰ ਸੇ। ਬਜ਼ੁਰਗਾਂ ਦਾ ਵੀ ਜਿਹੜਾ ਕੋਈ ਬਜ਼ੁਰਗ ਇੱਥੇ ਹੈਗਾ 99% ਉਹਦੇ ਨਾਲ ਉਹਦਾ ਬੇਟਾ ਹੈਗਾ ਜਾਂ ਉਹਦੀ ਡਾਟਰ ਹੈਗੀ ਹੈ ਜਾਂ ਬਹੂ ਹੈਗੀ ਹੈ। ਤੇ ਸਾਡਾ ਕਲਚਰ ਇੰਨਾ ਸਟਰੋਂਗ ਹੈਗਾ ਕਿ ਅਸੀਂ ਆਪਣੇ ਪੇਰੈਂਟਸ ਨੂੰ ਬਹੁਤ ਪ੍ਰਾਇਮਰੀ ਰੱਖਦੇ ਹਾਂ ਤੇ ਉਹਨਾਂ ਦੀ ਸੇਵਾ ਕਰਦੇ ਹਾਂ। ਪਰ ਉਹੀ ਫਿਰ ਐਂਡ ਤੇ ਜਾ ਕੇ ਹੈਲਥ ਇਸ਼ੂਜ਼ ਹੀ ਆਉਂਦੇ ਹੈਗੇ ਜਿਨ੍ਹਾਂ ਦੇ ਬਾਰੇ ਅਸੀਂ ਲੁੱਕ ਆਫਟਰ ਕਰਦੇ ਹਾਂ ਔਨਗੋਇੰਗ ਬੇਸਿਸ ਤੇ ਜੀ। ਤੇ ਇੱਕ ਜਦੋਂ ਆਪਾਂ ਕੰਪੈਰੀਜ਼ਨ ਦੀ ਗੱਲ ਕਰਦੇ ਹਾਂ, ਤੁਹਾਨੂੰ ਕਿਉਂਕਿ ਤੁਸੀਂ ਭਾਰਤ ਸਰਕਾਰ ਦੇ ਨਾਲ ਵੀ ਕੰਟੈਕਟ ਦੇ ਵਿੱਚ ਹੋ, ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਵੀ ਵਿਚਰਦੇ ਹੋ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਯੰਗ ਜਨਰੇਸ਼ਨ ਅੱਗੇ ਹੈ ਹਨਾ, ਜਿਨ੍ਹਾਂ ਮੁਲਕਾਂ ਦੇ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਵਾਗਡੋਰ ਸੰਭਾਲ ਰਹੀ ਹੈ, ਉਹ ਮੁਲਕ ਕਿਤੇ ਜ਼ਿਆਦਾ ਤਰੱਕੀ ਕਰ ਰਹੇ ਨੇ ਉਹਨਾਂ ਮੁਲਕਾਂ ਦੇ ਕੰਪੈਰੀਟਿਵਲੀ ਜਿੱਥੇ ਅੱਜ ਥੋੜੇ ਜਿਹੇ ਨੌਜਵਾਨਾਂ ਨੂੰ ਪਿੱਛੇ ਕੀਤਾ ਜਾ ਰਿਹਾ, ਉਹਨਾਂ ਨੂੰ ਬਹੁਤਾ ਅੱਗੇ ਆਉਣ ਦੀ ਕਹਿ ਲਓ ਵੀ ਮੌਕੇ ਨਹੀਂ ਮਿਲ ਰਹੇ, ਜਾਂ ਮੌਕੇ ਨਹੀਂ ਮਿਲਦੇ, ਜਾਂ ਗਿਣੀ ਮਿੱਥੀ ਸੋਚ ਦੇ ਤਹਿਤ ਉਹਨਾਂ ਨੂੰ ਪਿਛਾਂਹ ਹੀ ਰੱਖਿਆ ਜਾਂਦਾ। ਬੜੀ ਅੱਛੀ ਗੱਲ ਹੈ ਜੀ, ਇਹ ਫਿਊਚਰ ਹੈ, ਇਹਨਾਂ ਨੂੰ ਜਿਹੜਾ ਸਾਡਾ ਯੂਥ ਹੈ ਇਹਨੂੰ ਤਾਂ ਪਤਾ ਹੈ। ਪਰ ਮੈਂ ਤੁਹਾਨੂੰ ਇੱਕ ਹੋਰ ਸਟੈਟਿਸਟਿਕ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇੰਡੀਆ ਹੈਗਾ ਉਹ ਦੁਨੀਆ ਦਾ ਯੰਗੈਸਟ ਨੇਸ਼ਨ ਮੰਨਿਆ ਜਾਂਦਾ ਜੀ। ਜਿੰਨਾ ਐਵਰੇਜ ਏਜ ਜਿਹੜੀ ਕੰਟਰੀ ਦੀ ਹੈ ਉਹ ਇੰਡੀਆ ਦੇ ਵਿੱਚ ਲੋਐਸਟ ਹੈਗੀ ਹੈ। ਚਾਈਨਾ ਇਜ਼ ਔਨ ਦੀ ਅਦਰ ਐਂਡ। ਇਹੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਇਸ ਮੈਟ੍ਰਿਕ ਕਾਰਨ ਇੰਡੀਆ ਚਾਈਨਾ ਤੋਂ ਅੱਗੇ ਲੰਘਣ ਦੇ ਕਾਫੀ ਚਾਂਸ ਹੈ ਕਿਉਂਕਿ ਚਾਈਨਾ ਦੇ ਵਿੱਚ 1 ਚਾਈਲਡ ਪਾਲਿਸੀ ਕਰਕੇ ਉੱਥੇ ਏਜਿੰਗ ਪੋਪੂਲੇਸ਼ਨ ਹੈਗੀ ਹੈ ਕਿਉਂਕਿ ਉਹਨਾਂ ਨੇ ਬੱਚੇ ਘਟਾਤੇ ਸੀਗੇ। ਵੇਅਰਐਜ਼ ਇੰਡੀਆ ਦੇ ਵਿੱਚ ਆਈ ਥਿੰਕ 29 ਇਅਰਸ, ਸੋ ਸਾਡੇ ਬਹੁਤ ਯੰਗ ਜਨਰੇਸ਼ਨ ਹੈਗੀ ਹੈ। ਹੁਣ ਤੁਸੀਂ ਦੇਖੋ ਸਾਡੇ ਪੋਲੀਟੀਕਲ ਸਫੀਅਰਸ 'ਚ ਵੀ ਉੱਥੇ ਬਹੁਤ ਯੰਗਸਟਰਸ ਵੀ ਇਨਵੋਲਵ ਹੋ ਰਹੇ ਬਹੁਤ ਘੱਟ ਨੇ, ਬਾਹਰਲੇ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਨੇ ਯੰਗ ਜਨਰੇਸ਼ਨ ਹੈ। ਭਾਵ ਵੀ ਇਹ ਸੀਗਾ ਵੀ ਰਾਜਨੀਤੀ ਦੇ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ, ਨੌਜਵਾਨ ਵਰਗ ਪੂਰੇ ਮੁਲਕ ਦੇ ਵਿੱਚ ਤਾਂ ਬਹੁਤ ਹੈ ਤੇ ਉਹ ਕੰਮ ਵੀ ਕਰਨਾ ਚਾਹੁੰਦਾ ਹੈ, ਪਰ ਰਾਜਨੀਤੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ ਬਾਕੀ ਮੁਲਕਾਂ ਦੇ ਮੁਕਾਬਲੇ। ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ? ਹਾਂ, ਇਹ ਆਪਣੇ ਕੋਲ ਪੋਲੀਟੀਕਲ ਸੈਟਅਪ ਦਾ ਵੀ ਸਿਸਟਮ ਹੋ ਸਕਦਾ ਕਿ ਇੰਡੀਆ ਇਵੋਲਵ ਹੋ ਰਿਹਾ ਹੈ ਜੀ। ਕਿ ਇੱਕ ਸਾਡੇ ਜਿਹੜਾ ਮੈਂ ਕਹਿੰਦਾ ਮੇਬੀ ਇਟਸ ਅ ਬਿਟ ਆਫ ਅ ਕਲਚਰ ਕਿ ਇੱਥੇ ਜਿਹੜਾ ਹੈਗਾ ਜਦੋਂ ਬੰਦਾ ਥੋੜਾ ਜਿਹਾ ਸਿਆਣਾ ਹੋ ਜਾਂਦਾ ਕਿ ਉਹਨੂੰ ਇਹ ਥੋੜਾ ਜਿਹਾ ਪਾਸੇ ਕਰ ਦਿੰਦੇ ਆ। ਸਾਡਾ ਜਿਹੜਾ ਕਲਚਰ ਹੈ ਕਿ ਅਸੀਂ ਉਮਰ ਦੇ ਹਿਸਾਬ ਨਾਲ ਸਾਡੀ ਜਿਹੜੀ ਲੋਕਾਂ ਲਈ ਰਿਸਪੈਕਟ ਉਹ ਵੱਧਦੀ ਜਾਂਦੀ ਹੈ। ਸੋ ਇਟਸ ਜਿਹਨੂੰ ਕਹਿੰਦੇ ਨਾ ਦੋ ਧਾਰੀ ਤਲਵਾਰ ਹੈ ਇਸ ਇਸ਼ੂ ਦਾ ਹੱਲ ਕੱਢਣ ਲਈ ਕਿ ਅਸੀਂ ਆਪਣੇ, ਕਿਉਂਕਿ ਸਾਨੂੰ ਜ਼ਹਿਨੀਅਤ ਤੌਰ ਤੇ ਅਸੀਂ ਸਾਡੇ ਕੋਲੇ ਤੁਸੀਂ ਕਿਤੇ ਕੰਮ ਤੇ ਜਾਂਦੇ ਹੋ ਉੱਥੇ ਤੁਹਾਨੂੰ ਇੱਕ 20 ਸਾਲ ਦਾ ਮੁੰਡਾ ਆਉਂਦਾ, ਤੁਸੀਂ ਕੋਈ ਚੀਜ਼ ਹੀ ਖਰੀਦਣ ਜਾਂਦੇ ਹੋ ਕੋਈ ਮਹਿੰਗੀ, ਤੁਸੀਂ ਕਹਿੰਦੇ ਹੋ ਭਾਈ ਉਹ ਤੇਰਾ ਡੈਡੀ ਕਿੱਥੇ। ਇਹ ਇੱਕ ਕਲਚਰ ਹੈ ਸਾਡਾ ਕਿ ਅਸੀਂ ਸਿਆਣੇ ਉਮਰ ਵਾਲੇ ਬੰਦੇ ਨੂੰ ਸਿਆਣਾ ਮੰਨਦੇ ਆ। ਸੋ ਓਵਰਆਲ ਆਈ ਥਿੰਕ ਇਹ ਮੇਰਾ ਵਿਚਾਰ ਹੈ, ਪਰ ਬਹੁਤ ਫਾਸਟ ਚੇਂਜ ਹੋ ਰਿਹਾ ਕਿਉਂਕਿ ਯੂਥ ਆ ਰਿਹਾ ਅੱਗੇ ਪੜ੍ਹਿਆ ਲਿਖਿਆ। ਤੇ ਮੇਰੀ ਪਰਸਨਲ ਵੀ ਇਹ ਹੈਗੀ ਹੈ ਕਿ ਆਉਣ ਦੇ ਦਿਨਾਂ 'ਚ ਅਸੀਂ ਮੋਰ ਯੂਥ ਨੂੰ ਦੇਖੀਏ ਅੱਗੇ ਆਵੇ, ਉਹਨਾਂ ਨੂੰ ਮੋਰ। ਸਾਡੀ ਵੀ ਇਸ ਗੱਲ ਦੀ ਅਰਦਾਸ ਹੈ ਜੀ ਕਿ ਜਿਹੜੇ ਸਿਆਣਪ ਵਾਲੇ ਲੋਕ ਮੰਨੇ ਜਾਂਦੇ ਆ ਉਹ ਸਿਆਣੇ ਕੰਮ ਕਰਕੇ ਤੇ ਸਹੀ ਦਿਸ਼ਾ ਦੇ ਵੱਲ ਦੇਸ਼ ਨੂੰ ਲੈ ਕੇ ਜਾਣ। ਨਿੱਕਾ ਜਿਹਾ ਵਕਫਾ ਫਿਰ ਅਗਲੀ ਗੱਲ ਕਰਦੇ। ਭਾਵ ਜੀ ਬੜੀਆਂ ਚੰਗੀਆਂ ਗੱਲਾਂ ਤੁਸੀਂ ਦੱਸੀਆਂ ਸਾਨੂੰ ਕਿ ਇਸ ਮੌਕੇ ਦੇ ਵਿੱਚ ਜਦੋਂ ਕਰੋਨਾ ਵਾਇਰਸ ਆ ਕਿਵੇਂ ਤੁਸੀਂ ਕੰਮਕਾਜ ਕਰਦੇ ਹੋ, ਪਰ ਫਿਰ ਵੀ ਜੀ ਕਰਦਾ ਵੀ ਇਸ ਗੱਲ ਤੋਂ ਥੋੜਾ ਜਿਹਾ ਪਰੇ ਹੋ ਕੇ ਹੋਰ ਵੀ ਗੱਲਾਂ ਕੀਤੀਆਂ ਜਾਣ। ਤੁਸੀਂ ਗੱਲ ਕੀਤੀ ਕਿ ਦੇਸ਼ ਬਹੁਤ ਵੱਡਾ, ਬੜਾ ਕੁਝ ਉੱਥੇ ਹੋ ਰਿਹਾ। ਮੈਂ ਵੀ ਚਾਹੁੰਦਾ ਕਿ ਜਿਹੜੀ ਗੱਲ ਦੀ ਇੱਛਾ ਪਾਲਦੇ ਮੇਰਾ ਦਾਦਾ ਤੁਰ ਗਿਆ, ਜਿਹੜਾ ਭਾਰਤ ਦੇਖਣ ਦੇ ਲਈ ਕਿ ਜਿਹੜੀ ਸੋਨੇ ਦੀ ਚਿੜੀ ਆ ਮੇਰਾ ਬਾਪ ਤੁਰ ਗਿਆ, ਤੇ ਮੇਰੇ ਤੁਰ ਜਾਣ ਤੋਂ ਪਹਿਲਾਂ ਸੱਚੀ ਮੁੱਚੀ ਉਹ ਕੁਝ ਹੋ ਜੇ ਜਿਹੜਾ ਕੁਝ ਇਸ ਦੇਸ਼ ਦੇ ਵਿੱਚ ਤੇ ਬਾਕੀ ਹੋਰ ਵਿਕਸਿਤ ਦੇਸ਼ਾਂ ਦੇ ਵਿੱਚ ਹੋ ਰਿਹਾ। ਇਹ ਛੋਟੇ ਹੋਣ ਦੇ ਬਾਵਜੂਦ ਬਹੁਤ ਕੁਝ ਕਰ ਗਏ, ਅਸੀਂ ਵੱਡੇ ਹੋਣ ਦੇ ਬਾਵਜੂਦ ਪੈਰ ਮਿੱਧਣ ਤੋਂ ਬਿਨਾਂ ਕੁਝ ਨਹੀਂ ਕੀਤਾ। ਇਸ ਗੱਲ ਦਾ ਦੁੱਖ ਬੜਾ ਹੁੰਦਾ। ਕੀ ਕਹਿਣਾ ਚਾਹੋਗੇ ਵੀ ਜੇਕਰ ਨਵਾਂ ਪੂਰਾ ਜਿਹੜਾ ਉੱਥੋਂ ਦਾ ਜਿਹੜਾ ਕਿ ਇੱਛਾ ਪਾਲ ਕੇ ਰੱਖਦਾ ਕਿ ਮੈਂ ਆਪਣੇ ਦੇਸ਼ ਦੇ ਲਈ ਕੋਈ ਜਜ਼ਬਾ ਰੱਖਾਂ, ਮੈਂ ਕੁਝ ਕਰਾਂ, ਉਹਨਾਂ ਦੇ ਲਈ ਮਾੜਾ ਮੋਟਾ ਰਾਹ ਛੱਡ ਦੇਣਾ ਚਾਹੀਦਾ ਕਿ ਨਹੀਂ? ਬਿਲਕੁਲ ਛੱਡਣਾ ਚਾਹੀਦਾ ਜੀ। ਤੇ ਜਿਹੜਾ ਇੰਟਰਨੈਸ਼ਨਲ ਅਗੇਨ ਮੈਂ ਇਹ ਥੋੜਾ ਵਾਪਸ ਤੁਹਾਡੇ ਲਿਸਨਰਸ ਵਿਊਅਰਸ ਤੇ ਤੁਹਾਡੇ ਤੇ ਵੀ ਸਵਾਲ ਪਾਉਂਗਾ
ਕਿ ਓਵਰ ਦ ਈਅਰਸ ਜਿਹੜਾ ਇੰਡੀਆ ਦਾ ਰੁਤਬਾ ਹੈਗਾ ਨੈਸ਼ਨਲੀ ਐਂਡ ਇੰਟਰਨੈਸ਼ਨਲੀ ਇੰਪਰੂਵ ਹੋਇਆ। ਮਤਲਬ ਅਸੀਂ ਆਜ਼ਾਦੀ ਤੋਂ ਬਾਅਦ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ 200 ਸਾਲ 'ਚ, ਜਿੱਦਾਂ ਆਪਾਂ ਕੋਈ ਚੀਜ਼ ਨੂੰ ਤੋੜਨਾ ਬੜਾ ਸੌਖਾ ਹੁੰਦਾ, ਜੋੜਨਾ ਹਮੇਸ਼ਾ ਟਾਈਮ ਲੱਗਦਾ। ਇਹ ਬੜਾ ਇੱਕ ਕਾਮਨ ਸੈਂਸ ਦੀ ਗੱਲ ਹੈਗੀ ਹੈ। ਸੋ ਸਾਡੇ ਦੇਸ਼ ਨੂੰ 200 ਸਾਲ ਲੱਗੇ ਉਹਨਾਂ ਨੇ 20-22% GDP ਤੋਂ 0.2% ਜਾਂ ਬਹੁਤ ਘੱਟ GDP ਤੇ ਲਿਆਉਣ। ਹਜੇ ਸਾਡੀ ਆਜ਼ਾਦੀ ਨੂੰ ਦੇਖ ਲਓ ਕਿੰਨੇ ਸਾਲ ਹੋਏ ਨੇ, ਤੇ ਉਸ ਹਿਸਾਬ ਨਾਲ ਅਸੀਂ ਜਿੱਦਾਂ ਦਾ ਸਾਡਾ ਦੇਸ਼ ਹੈ, ਜਿੱਦਾਂ ਦੇ ਸਾਡੇ ਸਾਈਜ਼ ਹੈਗਾ, ਜੋ ਸਾਡੀ ਆਬਾਦੀ ਹੈਗੀ ਹੈ, ਜੋ ਸਾਡੇ ਉੱਥੇ ਨੈਚੁਰਲ ਹੈਬੀਟੈਟ ਹੈਗਾ, ਆਈ ਥਿੰਕ ਅਸੀਂ ਉਸ ਰਾਹ ਤੇ ਹੈਗੇ ਹਾਂ ਜਿੱਥੇ ਅਸੀਂ ਹੁਣ ਦੁਨੀਆ ਦੇ ਟੌਪ ਦੇਸ਼ਾਂ 'ਚ ਤਾਂ ਅਸੀਂ ਗਿਣੇ ਜਾਂਦੇ ਹਾਂ। ਇਹ ਤੁਸੀਂ ਮਤਲਬ ਆਪਾਂ ਇਹਨੂੰ ਕੋਈ ਪਰਸਨਲੀ ਲੈਵਲ ਤੇ ਮੰਨੇ ਜਾਂ ਨਾ ਮੰਨੇ, ਪਰ ਇੰਟਰਨੈਸ਼ਨਲੀ ਇੰਡੀਆ ਇਸ ਵੇਲੇ ਦੁਨੀਆ ਦੇ ਟੌਪ ਦੇਸ਼ਾਂ ਦੇ ਵਿੱਚ ਜ਼ਰੂਰ ਇਹਦੀ ਗਿਣਤੀ ਆਉਂਦੀ ਹੈ। ਕੋਈ ਵੀ ਗੱਲ ਹੁੰਦੀ ਹੈ ਉਹ ਕਹਿੰਦੇ ਆ ਭਾਰਤ ਨਾਲ ਵੀ ਅਸੀਂ ਗੱਲ ਕਰਨੀ ਹੈਗੀ ਹੈ। ਸੋ ਅਸੀਂ ਔਨ ਦਾ ਵੇ ਹੈਗੇ, ਰਸਤਾ ਹੈਗਾ, ਹਰ ਚੀਜ਼ ਦਾ ਸਮੇਂ ਲੱਗਦਾ। ਤੇ ਮੈਨੂੰ ਇਹ ਜ਼ਰੂਰ ਖੁਸ਼ੀ ਹੈ ਤੁਹਾਨੂੰ ਦੱਸਦਿਆਂ ਕਿ ਅਸੀਂ ਮਤਲਬ ਤਰੱਕੀ ਦੇ ਰਾਹ ਤੇ ਹੈਗੇ ਆ। ਵੀ ਆਰ ਨਾਟ ਗੋਇੰਗ ਟੂਵਰਡਸ ਨੈਗੇਟਿਵ, ਵੀ ਆਰ ਡੂਇੰਗ ਇੰਕਰੀਮੈਂਟਲ ਪ੍ਰੋਗਰੈਸ। ਪਰ ਬੜੀ ਅੱਛੀ ਇਹੀ ਯੂਥ ਦੀ ਹੈਗੀ ਹੈ ਕਿ ਜਿਹੜੀ ਚਰਚਾ ਹੋਣੀ ਚਾਹੀਦੀ ਹੈ। ਹਾਂ, ਤੇ ਜਿਹੜੀ ਤੁਹਾਡੀ ਉਤਸੁਕਤਾ ਹੈਗੀ ਹੈ, ਜਿਹੜੀ ਇੰਪੇਸ਼ੈਂਸ ਹੈਗੀ ਹੈ ਟੂ ਸੀ ਬੈਟਰ, ਦਿਸ ਇਜ਼ ਗੋਇੰਗ ਟੂ ਹੈਲਪ ਸਾਡੇ ਦੇਸ਼ ਨੂੰ ਤਰੱਕੀ ਕਰਨ ਲਈ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਦੇਸ਼ ਵਾਸੀਆਂ 'ਚ ਇੰਪੇਸ਼ੈਂਸ ਹੋਣੀ ਚਾਹੀਦੀ। ਉਹ ਇੰਪੇਸ਼ੈਂਸ ਸਾਡੇ 'ਚ ਹੈਗੀ ਹੈ ਕਿ ਅਸੀਂ ਤਰੱਕੀ ਕਰਨੀ ਹੈ ਤੇ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ। ਇੱਦਾਂ ਹੀ ਯੂਥ ਇੰਪੇਸ਼ੈਂਟ ਰਵੇ ਚੰਗੀ ਸੋਚ ਲਈ ਤੇ ਚੰਗੇ ਥਾਂ ਪਹੁੰਚਣ ਲਈ, ਤੇ ਅਸੀਂ ਜਲਦੀ ਤਰੱਕੀ ਕਰਾਂਗੇ। ਪਰ ਮੇਰੇ ਮਨ ਦੇ ਵਿੱਚ ਇੱਕ ਹੋਰ ਵੀ ਗੱਲ ਹੈ ਜੀ, ਮਾਫ ਕਰਨਾ, ਮੇਰੇ ਮਨ ਦੇ ਵਿੱਚ ਇੱਕ ਹੋਰ ਗੱਲ ਆਈ ਹੈ ਵੀ ਕਿੰਨਾ ਚੰਗਾ ਹੋਵੇ ਵੀ ਜਿਵੇਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ, ਇੱਥੇ ਜਿੱਥੇ ਤੁਸੀਂ ਕੌਂਸੂਲੇਟ ਹੋ, ਲੋਕਾਂ ਦੇ ਵੱਲੋਂ ਦਿੱਤੇ ਗਏ ਟੈਕਸ ਨੂੰ ਲੋਕਾਂ ਦੀ ਮਦਦ ਵਾਸਤੇ ਵਰਤਿਆ ਜਾਂਦਾ। ਬੜੀ ਸੋਹਣੀ ਗੱਲ ਹੈ। ਭਾਰਤ ਦੇ ਵਿੱਚ ਦਿੱਤੇ ਗਏ ਟੈਕਸ ਦੇ ਨਾਲ 3-3 ਹਜ਼ਾਰ ਕਰੋੜ ਦੀ ਮੂਰਤੀ ਬਣ ਜਾਂਦੀ ਆ, ਅੰਦਰੋਂ ਚੀਜ਼ ਨਿਕਲਦੀ ਹੈ। ਵੈਂਟੀਲੇਟਰ ਲਾਉਣ ਦੇ ਲਈ ਅਸੀਂ ਲੋਕਾਂ ਦੀ ਮਦਦ ਮੰਗਦੇ ਹਾਂ ਵੀ ਦਾਨ ਦੇ ਦਿਓ, ਤੇ ਜਿਹੜੇ ਲੋਕਾਂ ਨੇ ਟੈਕਸ ਦੇ ਰੂਪ ਦੇ ਵਿੱਚ ਪੈਸੇ ਦਿੱਤੇ ਆ ਉਹਦੇ ਨਾਲ ਮੂਰਤੀਆਂ ਬਣਦੀਆਂ। ਨਿਊਜ਼ੀਲੈਂਡ 'ਚ ਇਦਾਂ ਦਾ ਕੁਝ ਨਹੀਂ ਹੁੰਦਾ ਹੋਣਾ। ਅਸੀਂ ਨਹੀਂ ਦੇਖੀ ਕੋਈ ਵੀ ਮੂਰਤੀ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਬਣਾਈ ਹੋਏ ਤੇ ਲੋਕਾਂ ਦੀ ਮਦਦ ਦੇ ਲਈ ਸਰਕਾਰ ਅੱਗੇ ਨਾ ਆਈ ਹੋਵੇ। ਨਹੀਂ, ਏਦਾਂ ਇੱਕ ਚੀਜ਼ ਨੂੰ ਆਪਾਂ ਜੇ ਆਇਡੈਂਟੀਫਾਈ ਕਰ ਲਈਏ, ਕਿਉਂਕਿ ਜਿਹਨੇ ਇਹਦਾ ਫੈਸਲਾ ਲਿਆ ਹੋਊਗਾ ਉਹਨੇ ਵੀ ਕੁਝ ਸੋਚ ਸਮਝ ਕੇ ਲਿਆ ਹੋਊਗਾ। ਹੁਣ ਆਪਣੇ ਇੱਥੇ ਆ ਸਕਾਈ ਟਾਵਰ ਬਣਿਆ ਹੋਇਆ, ਇਹ ਇੱਕ ਪਹਿਚਾਣ ਬਣ ਗਿਆ ਨਿਊਜ਼ੀਲੈਂਡ ਦੀ। ਜਦੋਂ ਇਹ ਬਣਦਾ ਸੀ ਉਦੋਂ ਲੋਕਾਂ ਨੇ ਕਿਹਾ ਇੱਥੇ ਤਾਂ ਗਰੀਬ ਹੈ ਜੀ, ਦੇਖੋ ਕੀ ਬਣਾਈ ਜਾਂਦੇ ਆ ਉੱਚਾ। ਸੋ ਹਰ ਚੀਜ਼ ਦੀ ਹਰ ਅਲੱਗ-ਅਲੱਗ ਤਰੀਕੇ ਦੀ ਸੋਚ ਹੁੰਦੀ ਹੈ ਤੇ ਉਹਦੇ ਅਲੱਗ-ਅਲੱਗ ਨਜ਼ਰੀਏ ਹੁੰਦੇ ਆ। ਜਿੱਦਾਂ ਕੋਈ ਗਲਾਸ ਹਾਫ ਫੁੱਲ ਹੈ, ਕੋਈ ਕਹਿੰਦਾ ਕਿ ਗਲਾਸ ਹਾਫ ਐਮਟੀ ਹੈਗਾ। ਸੋ ਏਦਾਂ ਹਰ ਚੀਜ਼ ਦੇ ਕਈ ਪਹਿਲੂ ਹੁੰਦੇ ਆ ਤੇ ਇਹਦੇ ਬਾਰੇ ਮੇਰਾ ਤਾਂ ਇੰਨਾ ਕੀ ਵਿਚਾਰ ਹੈਗਾ। ਪਰ ਮੈਂ ਜੋ ਕਹਿਣ ਲੱਗੀ ਸੀ, ਤੁਸੀਂ ਗੱਲ ਕਰ ਰਹੇ ਸੀ ਵੀ ਯੂਥ ਨੂੰ ਵੇਟ ਕਰਨੀ ਪਊਗੀ, ਅਸੀਂ ਤਰੱਕੀ ਦੇ ਰਾਹ ਦੇ ਉੱਪਰ ਆ, ਅਸੀਂ ਜਲਦੀ ਤਰੱਕੀ ਵੀ ਕਰਾਂਗੇ। ਅਸੀਂ ਅੱਜ ਜਿਹੜੇ ਟੌਪ ਦੇ ਮੁਲਕ ਨੇ ਉਹਨਾਂ ਦੇ ਵਿੱਚ ਇੰਡੀਆ ਦਾ ਨਾਮ ਵੀ ਹੈ। ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਯੂਥ ਹੁਣ ਵੇਟ ਕਰ ਕਰਕੇ ਇੰਨਾ ਥੱਕ ਗਿਆ ਕਿ ਬ੍ਰੇਨ ਡਰੇਨ ਹੋਣੀ ਸ਼ੁਰੂ ਹੋ ਗਈ ਇੰਡੀਆ ਦੇ ਵਿੱਚ? ਊਰਜਾ ਬਣ ਰਹਿ ਸਕਦਾ ਨੌਜਵਾਨ। ਇਹ ਨਾ ਹੋਵੇ ਕਿ ਲੋਕ ਜਿਹੜੇ ਉਦੋਂ ਤੱਕ ਉਡੀਕਦੇ ਰਹਿ ਜਾਣ ਤੇ ਯੂਥ ਸਾਰੇ ਬਾਹਰਲੇ ਮੁਲਕਾਂ 'ਚ ਜਾ ਕੇ ਵਸ ਜਾਵੇ। ਬ੍ਰੇਨ ਡਰੇਨ ਦਾ ਤਾਂ ਇਹ ਹਾਲ ਹੈ ਜੀ ਕਿ ਸਾਡੇ ਪੰਜਾਬ 'ਚ ਸ਼ੁਰੂ ਤੋਂ ਹੀ ਬਾਹਰਲੇ ਮੁਲਕਾਂ ਦਾ ਇੱਕ ਤਰੀਕੇ ਦਾ ਇਲੌਜੀਕਲ ਲੈਵਲ ਤੇ ਵੀ ਚਾਹ ਹੈਗਾ। ਮੈਂ ਬਹੁਤ ਬਿਲਕੁਲ ਮੇਬੀ ਆਈ ਐਮ ਨਾਟ ਬੀਇੰਗ ਵੈਰੀ ਓਨੈਸਟ ਐਂਡ ਆਈ ਮਾਈਟ ਬੀ ਪੋਲੀਟੀਕਲੀ ਇਨਕਰੈਕਟ ਆਲਸੋ ਹੇਅਰ, ਪਰ ਮੈਂ ਖੁੱਲ ਕੇ ਤੁਹਾਡੇ ਨਾਲ ਵਿਚਾਰ ਕਰ ਰਿਹਾ ਇੱਥੇ। ਤੇ ਐਂਡ ਮੇਰਾ ਇਹ ਪਰਸਨਲ ਵਿਚਾਰ ਹੈਗਾ ਕਿ ਇੱਕ ਇਲੌਜੀਕਲ ਉਹਨਾਂ ਨੂੰ ਇਹ ਹੈਗਾ ਕਿ ਬਾਹਰ ਜਾਣਾ, ਬਾਹਰ ਜਾਣਾ, ਬਾਹਰ ਜਾਣਾ, ਬਾਹਰ ਜਾਣਾ। ਪਰ ਉਹਦੇ ਕਾਰਨ ਇਹ ਵੀ ਹੋ ਗਿਆ ਕਿ ਜਦੋਂ ਬਾਹਰ ਜਾ ਕੇ ਬਾਹਰਲੇ ਲੋਕਾਂ ਨੇ ਫਿਰ ਚੰਗੀਆਂ ਸੋਚਾਂ ਆਪਣੇ ਇੰਡੀਆ 'ਚ ਵੀ ਪੰਜਾਬ 'ਚ ਵੀ ਲਿਆਂਦੀਆਂ। ਸਾਡੇ ਜਿਹੜੇ NRI ਬਾਹਰ ਗਏ ਆ ਉਹਨਾਂ ਨੇ ਫਿਰ ਵਾਪਸ ਆ ਕੇ ਵੀ ਸਾਡੇ ਦੇਸ਼ ਦੀ ਸੋਚ ਬਦਲੀ ਹੈ। ਹੁਣ ਜਿਹੜੀਆਂ ਸਾਡੀਆਂ ਉੱਥੇ ਸਰਕਾਰਾਂ ਹੈਗੀਆਂ, ਹੁਣ NRIਆਂ ਨੇ ਵੋਟਾਂ ਤਾਂ ਨਹੀਂ ਪਾਣੀਆਂ ਹੁੰਦੀਆਂ, ਪਰ ਫਿਰ ਵੀ ਸਰਕਾਰਾਂ ਇਹਨਾਂ ਨੂੰ, ਕਿਉਂਕਿ ਇਹ ਇਨਫਲੂਐਂਸਰਸ ਹੈਗੇ ਆ, ਇਹ ਚੰਗੀ ਸੋਚ ਉੱਥੋਂ ਬਾਹਰੋਂ ਲਿਆ ਕੇ ਸੇਧ ਦਿੰਦੇ ਆ ਪੰਜਾਬ ਨੂੰ। ਸੋ ਆਈ ਥਿੰਕ ਅਸੀਂ ਉਸ ਰਾਹ ਤੇ ਹੈਗੇ ਆ। ਤੇ ਮੈਂ ਤਾਂ ਇਹੀ ਰਿਕੁਐਸਟ ਕਰਾਂਗਾ ਪਿਛਲੇ ਦਿਨੀ ਪੰਜਾਬ ਦੇ ਕੁਝ ਨੇਤਾਵਾਂ ਨੇ ਕਿਹਾ ਵੀ NRI ਨੇ ਜਿਹੜੇ ਉਹਨਾਂ ਨੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਰੋਨਾ ਫੈਲਾਤਾ। ਤੁਹਾਨੂੰ ਇਹ ਗੱਲ ਚੰਗੀ ਲੱਗੀ ਕਿ ਨਹੀਂ? ਜਿੰਨੀ ਹੁਣ ਕਿਸੇ ਨੂੰ ਸਮਝ ਹੁੰਦੀ ਆ ਉਨੀ ਅਗਲਾ ਗੱਲ ਕਰ ਦਿੰਦਾ। ਇਹ ਤਾਂ ਹੁਣ ਹਰ ਇੱਕ ਦਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੈਗਾ। ਤੇ ਇਹ ਸਾਡੇ ਦੇਸ਼ ਦੀ ਵੈਸੇ ਇੱਕ ਖੂਬਸੂਰਤੀ ਵੀ ਹੈਗੀ ਹੈ ਕਿ ਹਰ ਬੰਦਾ, ਜੇ ਅਸੀਂ ਦੇਖੀਏ ਜਿਹੜੀ ਫਰੀडम ਆਫ ਸਪੀਚ ਹੈਗੀ ਹੈ,
ਇੱਕ ਵਾਰੀ ਮੈਂ ਕਿਸੇ ਦੀ ਗੱਲ ਸੁਣਦਾ ਸੀ, ਉਹ ਕਹਿੰਦਾ ਜਿਹੜਾ ਇਸ ਲੈਵਲ ਦੀ ਫਰੀडम ਕਾਫੀ ਹਾਈ ਹੈਗੀ ਹੈ। ਸੋ ਸਾਡੇ ਹਰ ਕੋਈ ਬੰਦੇ ਦਾ, ਹਰ ਕਿਸੇ ਦਾ ਤਰੀਕੇ ਦਾ ਤੁਹਾਡੇ ਪ੍ਰੋਗਰਾਮ ਦਾ ਵੀ ਨਾ ਵਿਚਾਰ ਹੈ, ਤਾਂ ਹੀ ਦੇਖੋ, ਕਿਉਂਕਿ ਵਿਚਾਰ ਦੀ ਇੰਨੀ ਅਹਿਮੀਅਤ ਹੈ। ਤੇ ਤੁਸੀਂ ਹੁਣ ਪਿੰਡਾਂ 'ਚ ਵੀ ਜਾ ਕੇ ਦੇਖੋ, ਆਪਣੇ ਸੱਥਾਂ 'ਚ ਵੀ ਦੇਖੋ, ਸ਼ਹਿਰਾਂ 'ਚ ਜਾ ਕੇ ਦੇਖੋ, ਪੜ੍ਹੇ ਲਿਖੇ ਥਾਵਾਂ ਦੇ ਕੋਈ ਵਧੀਆ ਰੈਸਟੋਰੈਂਟਾਂ 'ਚ ਖੜ ਕੇ ਕਿਤੇ ਦੇਖੋ, ਹਰ ਥਾਂ ਹਰ ਕਿਸਮ ਦੇ ਵਿਚਾਰ ਹੈ। ਇਹੀ ਸਾਡੀ ਸਟਰੈਂਥ। ਨਿਊਜ਼ੀਲੈਂਡ ਦੇ ਵਿੱਚੋਂ ਕਰੋਨਾ ਦਾ ਸੰਕਟ ਆ ਜਿਹੜਾ, ਉਹ ਕਿੰਨੇ ਕੁ ਸਮੇਂ ਬਾਅਦ ਨਿਕਲ ਕੇ ਜ਼ਿੰਦਗੀ ਤਾਬੇ ਆ ਜਾਣੀ ਹੈ, ਤੇ ਭਾਰਤ ਦੇ ਵਿੱਚ ਅੰਦਾਜ਼ੇ ਦੇ ਮੁਤਾਬਕ ਕਦੋਂ ਤੱਕ ਜ਼ਿੰਦਗੀ ਤਾਬੇ ਆ ਸਕਦੀ ਹੈ? ਦੇਖੋ ਜੀ, ਜੇ ਮੈਨੂੰ ਇਹਦਾ ਸਹੀ ਜਵਾਬ ਪਤਾ ਹੁੰਦਾ, ਨਹੀਂ ਅੰਦਾਜ਼ੇ ਮੁਤਾਬਕ, ਨਹੀਂ ਅੰਦਾਜ਼ਾ ਹੈ ਕਿ ਕੀ ਲੱਗਦਾ। ਮੈਂ ਕੋਈ ਡਾਕਟਰ ਵੀ ਹੈ ਨਹੀਂ, ਇਹ ਤਾਂ ਆਪਣੇ ਇੱਕ ਜਿਹਨੂੰ ਹੁੰਦੇ ਆ ਕਿ ਗੁਣਾ ਘਟਾਓ ਹੁੰਦੀ ਹੈ, ਅੰਦਾਜ਼ਾ ਜਿਹਨੂੰ ਤੁਸੀਂ ਕਹਿ ਸਕਦੇ ਹੋ। ਸੋ ਮੈਂ ਇਹਨੂੰ ਕਾਰਨ ਆਫੀਸ਼ੀਅਲ ਇਹਦਾ ਜਵਾਬ ਦੇ ਸਕਦਾ, ਕਿਉਂਕਿ ਮੈਂ ਆਫੀਸ਼ੀਅਲੀ ਇਹਦੇ ਬਾਰੇ ਕੋਈ ਬਿਆਨ ਨਹੀਂ ਦੇ ਸਕਦਾ। ਦੋਨੋਂ ਸਰਕਾਰਾਂ ਕੰਮ ਅੱਛਾ ਕਰ ਰਹੀਆਂ। ਇੱਕ ਨਵੀਂ ਚੀਜ਼ ਸੀ ਜਿਹਦਾ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਐ ਹੋ ਜਾਵੇ, ਜਿਹਨੂੰ ਆਪਾਂ ਇੱਕ ਪੰਜਾਬੀ ਦਾ ਭਮੱਕਲ ਜਾਂਦਾ ਬੰਦਾ ਜਾਂ ਸਟਨ ਹੋ ਜਾਂਦਾ, ਭਮੱਤਰ ਗਿਆ। ਹਾਂਜੀ ਉਵੇਂ। ਸੋ ਸਾਰੀਆਂ ਦੁਨੀਆ ਦੀਆਂ ਸਰਕਾਰਾਂ ਨਾਲ ਐ ਹੋਇਆ, ਦੇ ਵਰ ਨਾਟ ਰੈਡੀ, ਕਿਸੇ ਨੂੰ ਪਤਾ ਨਹੀਂ ਸੀ। ਬਟ ਸਟਿਲ ਜਦੋਂ ਅਸੀਂ ਦੇਖੀਏ ਕਿ ਭਾਰਤ ਸਰਕਾਰ ਨੇ ਵੀ ਤੇ ਨਿਊਜ਼ੀਲੈਂਡ ਸਰਕਾਰ ਨੇ ਵੀ ਬੜਾ ਹੀ ਚੰਗੇ ਤਰੀਕੇ ਨਾਲ ਇਹਦੇ ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਂ ਸੋਚਦਾ ਕਿ ਨਿਊਜ਼ੀਲੈਂਡ ਦੀ ਆਪਾਂ ਗੱਲ ਕਰਦੇ ਹਾਂ ਤੇ ਇਹ ਜਿੱਤ ਦੇ ਰਾਹ ਤੇ ਤੁਰ ਪਏ ਨੇ, ਕਿਉਂਕਿ ਡੇਲੀ ਨਿਊ ਕੇਸਿਸ ਵਰਸਸ ਜਿਹੜੇ ਇੰਪਰੂਵਮੈਂਟ ਵਾਲੇ ਕੇਸਿਸ ਹੈ, ਉਹ ਇੰਟਰਸੈਕਸ਼ਨ ਗ੍ਰਾਫ ਦਾ ਆ ਗਿਆ। ਤੇ ਪਰ ਲੜਾਈ ਇੱਥੇ ਖਤਮ ਨਹੀਂ ਹੁੰਦੀ, ਕਿਉਂਕਿ ਫੇਰ ਬਾਰਡਰਾਂ ਦਾ ਖੇਲ ਹੈਗਾ। ਦੇਸ਼ਾਂ ਨੂੰ ਇਸ ਗਲੋਬਲਾਈਜ਼ਡ ਵਰਲਡ ਦੇ ਵਿੱਚ ਬਾਰਡਰ ਖੋਲ੍ਹਣੇ ਪੈਣੇ। ਸੋ ਤਾਂ ਹੀ ਇਹ ਵੀ ਦੇਸ਼, ਨਿਊਜ਼ੀਲੈਂਡ ਵੀ ਬਾਹਰੋਂ ਲੋਕਾਂ ਨੂੰ ਨਹੀਂ ਲਿਆ ਰਿਹਾ। ਜਦੋਂ ਬਾਰਡਰ ਖੁੱਲਿਆ, ਚਾਈਨਾ 'ਚ ਵੀ ਐਂ ਹੋਇਆ, ਠੀਕ ਹੋ ਗਿਆ ਇੱਕ ਵਾਰੀ, ਉਹਨਾਂ ਨੇ ਬਾਰਡਰ ਖੋਲ੍ਹੇ, ਸੈਕਿੰਡ ਵੇਵ ਆਈ। ਸੋ ਇਸ ਬਿਮਾਰੀ ਦੇ ਕਈ ਵੇਵਸ ਆਉਣੀਆਂ ਇੰਟਰਨੈਸ਼ਨਲ ਟਰੈਵਲ ਕਾਰਨ। ਇਹ ਮੇਰਾ ਮੰਨਣਾ ਹੈਗਾ। ਬਾਕੀ ਦੋਨੋਂ ਜਗ੍ਹਾ ਨੰਬਰਸ ਜਿਹੜੇ ਹੈਗੇ ਆ ਉਹ ਫੇਵਰੇਬਲ ਹੈ। ਜੇ ਅਸੀਂ ਭਾਰਤ ਦਾ ਵੀ ਦੇਖੀਏ ਕਿ 10-11 ਹਜ਼ਾਰ ਕੇਸ ਹੈ, ਤੇ ਜੇ ਅਸੀਂ ਆਬਾਦੀ ਦੇਖੀਏ ਭਾਰਤ ਦੀ ਨਿਊਜ਼ੀਲੈਂਡ ਤੋਂ 300 ਗੁਣਾ, ਇੱਥੇ 1500 ਕੇਸ ਹੈ। ਜੇ 1500 ਕੇਸ ਨੂੰ 300 ਗੁਣਾ ਨਾਲ ਪਰ ਕੈਪੀਟਾ 45,000 ਕੇਸ ਜੇ ਨਿਊਜ਼ੀਲੈਂਡ 'ਚ ਹੋਵੇ, ਤੁਸੀਂ ਮੇਰੀ ਉਹ ਜਿਹੜਾ ਭਾਰਤ ਕੋਲ ਕਿੱਟਾਂ ਵੀ ਤਾਂ ਹੈ ਨਹੀਂ ਟੈਸਟ ਕਰਨ ਨੂੰ, ਲੋਕਾਂ ਦੇ ਅੰਦਰ ਡਰ ਵੀ ਤਾਂ ਕਿੰਨਾ ਕੋਈ ਟੈਸਟ ਕਰਾ ਕੇ ਰਾਜ਼ੀ ਨਹੀਂ ਹੋ ਸਕਦਾ। ਇਹ ਅੰਕੜੇ ਬਿਲਕੁਲ ਸੱਚ ਬੰਦਾ ਇਹ ਡਰਦਾ, ਮੰਨ ਲਓ ਮੈਨੂੰ ਬੁਖਾਰ ਚੜਿਆ ਹੋਵੇ, ਮੈਨੂੰ ਖੰਘ ਲੱਗੀ ਹੋਵੇ, ਮੇਰੇ 'ਚ ਲੱਛਣ ਹੋਣ, ਪਰ ਬੰਦਾ ਡਰਦਾ ਹੀ ਨਹੀਂ ਜਾਂਦਾ ਵੀ ਯਾਰ ਉੱਥੇ ਪਤਾ ਨਹੀਂ ਮੇਰਾ ਕੀ ਬਣਨਾ, ਦਵਾਈ ਇੱਕ ਦੇ ਕੇ ਗੋਲੀ ਤੇ ਬਾਅਦ ਦੇ ਵਿੱਚ ਕਹਿਣਗੇ ਵੀ ਉੱਥੇ ਪਿਆਰ ਹੈ। ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ, ਸ਼ਾਇਦ ਉਹ ਟੈਸਟ ਘੱਟ ਕਰਨ ਦੇ ਕਰਕੇ ਵੀ ਇਹਦਾ ਲੱਪਜ ਹੋ ਰਿਹਾ। ਬਾਕੀ ਸਭ ਦੇ ਆਪੋ ਆਪਣੇ ਵਿਚਾਰ ਹੈ ਜੀ। ਹਾਂਜੀ, ਪਰ ਸਿੰਪਟਮ ਆਉਣਗੇ ਤਾਂ ਹੀ ਟੈਸਟ ਹੋਣਗੇ। ਹੁਣ ਨਿਊਜ਼ੀਲੈਂਡ ਤੇ ਵੀ ਇਸ ਗੱਲ ਦਾ ਬੜਾ ਹੁੰਦਾ ਹੈ ਕਿ ਇਹ ਹਰ ਦੇਸ਼ ਦੇ ਵਿੱਚ ਜਿਹੜੇ ਵਿਚਾਰ ਆ ਰਹੇ ਆ ਕਿ ਜੀ ਤੁਹਾਡੇ ਕੋਲੇ ਗਲਵਜ਼ ਇੰਨੇ ਹੈਗੇ ਆ, ਤੁਹਾਡੇ ਕੋਲੇ PPE ਨਹੀਂ ਹੈ, ਇੱਥੇ ਵੀ ਆਪੋਜੀਸ਼ਨ ਜਾਂ ਹੋਰ ਕੋਈ, ਬੜੀ ਚੰਗੀ ਗੱਲ ਹੈ, ਬਿਕਾਜ਼ ਦੇ ਆਰ ਐਵਰੀਵਨਸ ਹੋਲਡਿੰਗ ਈਚ ਅਦਰ ਟੂ ਅਕਾਊਂਟ। ਫਰੀडम ਹੈਗੀ ਹੈ। ਅਸੀਂ ਉਹ ਦੇਸ਼ ਤਾਂ ਹੈ ਨਹੀਂ ਜਿਨ੍ਹਾਂ 'ਚ ਕੋਈ ਸਵਾਲ ਹੀ ਨਹੀਂ ਕਰ ਸਕਦਾ। ਤੇ ਪਰ ਜਿੱਦਾਂ ਲੱਛਣ ਲੋਕਾਂ ਦੇ ਆਈ ਜਾਂਦੇ ਆ, ਤੋ ਜੇ ਮੈਂ ਤੁਹਾਨੂੰ ਇਹ ਦੱਸਾਂ ਕਿ ਉੱਥੇ ਇਹਨੂੰ ਦਬਾਉਂਦੇ ਨਹੀਂ ਹੈ। ਜੇ ਉੱਥੇ ਤਾਂ ਸਗੋਂ ਨਾਲ ਇਨਫੋਰਸਮੈਂਟ ਅਥਾਰਟੀਜ਼ ਵੀ ਜਾ ਕੇ ਬੰਦੇ ਨੂੰ ਲੱਭ ਕੇ ਲਿਆਉਂਦੀਆਂ, ਫੜ ਕੇ ਲਿਆਉਂਦੀਆਂ। ਜੇ ਉਹਨਾਂ ਨੇ ਦਬਾਉਣਾ ਹੋਵੇ ਤਾਂ ਉਹ ਕਹਿਣ ਅਸੀਂ ਕਿਉਂ ਲੈ ਕੇ ਕਰਨਾ। ਇੰਡੀਆ 'ਚ ਜਿੱਥੇ ਵੀ ਕੋਈ ਕੇਸ ਲੱਭਦਾ ਹੈ, ਉਹਨੂੰ ਸਾਰੀ ਅਥਾਰਟੀ ਉਹਨਾਂ ਦੇ ਪਿੱਛੇ ਲੱਗ ਕੇ ਉਹਨੂੰ ਆਇਡੈਂਟੀਫਾਈ ਕਰਕੇ, ਆਈਸੋਲੇਟ ਕਰਕੇ ਉਹਨੂੰ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਆ, ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ। ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਦਿਲੀ ਤੌਰ ਦੇ ਉੱਤੇ ਚਾਹੁੰਦੇ ਹਾਂ ਵੀ ਜਿਹੜੇ ਵੀ ਸਾਡੇ ਭਾਰਤੀ ਭੈਣਾਂ ਵੀਰ ਇੱਥੇ ਫਸੇ ਹੋਏ ਆ, ਉਹ ਵੇਲੇ ਸਿਰ ਆਪਦੇ ਘਰ ਪੁੱਜਦੇ ਕਰ ਦਿਓ। ਉੱਥੋਂ ਦੀ ਸਰਕਾਰ ਦੇ ਤੁਸੀਂ ਤਾਲਮੇਲ ਦੇ ਵਿੱਚੋਂ, ਜਿਹੜੇ ਇੱਥੋਂ ਦੇ ਭੈਣਾਂ ਵੀਰਾਂ ਨੇ ਬਹੁਤ ਤਰੱਕੀ ਕੀਤੀ ਆ, ਉਹਨਾਂ ਦੀ ਤਰੱਕੀ ਨੂੰ ਸਲਾਮ ਕਰਦੇ ਹਾਂ। ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵਕਤ ਕੱਢਿਆ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਲਹਾਲ ਦੇ ਲਈ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਿੰਨਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।